ਜਿਹੜੇ ਫੈਂਸੀ ਵਰਡ ਅੱਜ ਆਪਾਂ ਨੂੰ ਨਜ਼ਰ ਆ ਰਹੇ ਨੇ, ਪ੍ਰੋਜੈਕਟ ਮੈਨੇਜਮੈਂਟ ਸਕਿੱਲਸ, ਇਹੋ ਜਿਹਾ ਗੁਰੂ ਮਹਾਰਾਜ ਸਾਨੂੰ ਪਹਿਲਾਂ ਹੀ ਸਾਡੇ ਕੋਲ ਇੱਕ ਪ੍ਰੈਕਟੀਕਲ ਢਾਂਚੇ ਦੇ ਰੂਪ ਦੇ ਵਿੱਚ ਦੇ ਦਿੰਦੇ ਨੇ। ਇਹੀ ਕਾਰਨ ਹੈ ਕਿ ਸਿੱਖਾਂ ਦੀ ਜਦੋਂ ਵੀ ਇੱਕ ਵਿਉਂਤਬੰਦਤਾ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਕਾਇਲ ਹੋ ਜਾਂਦੀ ਹੈ। ਮੈਂ ਇੱਕ ਬੜਾ ਅਜੀਬ ਜਿਹਾ ਇੱਕ ਪੇਪਰ ਪੜ੍ਹ ਰਹੀ ਸੀ, ਕਿਸੇ ਨੇ ਲਿਖਿਆ ਹੋਇਆ ਕਿ ਜਿਹੜਾ ਕੌਰ ਹੈ, ਮੇਕਿੰਗ ਆਫ ਕੌਰ ਇਨ 20th ਸੈਂਚੁਰੀ, ਉਹਨਾਂ ਨੂੰ ਇਹ ਲੱਗਦਾ ਕਿ ਕੌਰ ਦਾ ਜਿਹੜੀ ਹੋਂਦ ਹੈ ਨਾ ਉਹੀ 20ਵੀਂ ਸਦੀ ਦੇ ਵਿੱਚ ਬਣਨੀ ਸ਼ੁਰੂ ਹੋਈ ਹੈ। ਜਦੋਂ 52 ਔਰਤਾਂ ਪੀੜ੍ਹੀਆਂ ਦੇ ਰੂਪ ਦੇ ਵਿੱਚ ਅੱਗੇ ਜਾਂਦੀਆਂ ਨੇ ਔਰ ਬਾਕਾਇਦਾ ਪ੍ਰਚਾਰਕ ਬਣਦੀਆਂ ਨੇ, ਤਾਂ ਕਿਆ ਇਹ ਮੇਕਿੰਗ ਆਫ ਕੌਰ ਨਹੀਂ ਹੈ? ਸਿੱਖ ਕੌਮ ਜਿਹੜੀ ਹੈ ਯਹੂਦੀਆਂ ਤੋਂ ਬਾਅਦ ਸਭ ਤੋਂ ਅਮੀਰ ਕੌਮ ਸਿੱਖਾਂ ਦੀ ਕੌਮ ਹੈ। ਸਾਡੇ ਕੋਲ ਫਾਈਨੈਂਸਿਸ ਵੀ ਹੈ, ਰਿਸੋਰਸਿਸ ਵੀ ਹੈ, ਹਰ ਤਰੀਕੇ ਨਾਲ ਅਸੀਂ ਆ ਵੱਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਉੱਪਰ ਬੈਠੇ ਵੀ ਹੋਏ ਹਾਂ। ਪਰ ਅੱਜ ਅਸੀਂ ਵੇਖੀਏ ਕਿ ਅੱਜ ਅਸੀਂ ਉਹਨਾਂ 146 ਗੁਰਮੁਖ ਪਿਆਰਿਆਂ ਵਾਂਗੂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਪਾ ਰਹੇ ਹਾਂ। ਕੋਈ ਸਮਾਂ ਸੀ ਕਿ ਜਦੋਂ ਕੋਈ ਵੀ ਗੱਲ ਹੋਣੀ ਤਾਂ ਗੁਰਦੁਆਰਾ ਸਾਹਿਬ ਕਿਹਾ ਜਾਣਾ ਕਿ ਗੁਰਦੁਆਰਾ ਸਾਹਿਬ ਚਲ ਜਾਓ, ਉੱਥੇ ਮਨ ਨੂੰ ਸ਼ਾਂਤੀ ਮਿਲੂਗੀ। ਅੱਜ ਜਦੋਂ ਮੈਂ ਖਾਸ ਤੌਰ 'ਤੇ ਬੁੱਧੀਜੀਵੀ ਵਰਗ ਦੇ ਵਿੱਚ ਤਾਂ ਇਹ ਖਾਸ ਬਿਮਾਰੀ ਪਾਈ ਜਾ ਰਹੀ ਹੈ ਨਾ, ਕਿਉਂਕਿ ਜਦੋਂ ਉਹਨਾਂ ਦਾ ਗੁਰਦੁਆਰਿਆਂ ਦਾ ਨਾਮ ਲੈਂਦੇ ਆ ਤਾਂ ਉਹ ਸਾਰੇ ਹੱਸ ਪੈਂਦੇ ਆ। ਲੜਾਈ ਦੀ ਗੱਲ ਕਰਦੇ, ਕਹਿੰਦੇ ਚੱਲ ਲੜਨਾ ਗੁਰਦੁਆਰੇ ਚਲ ਜਾਓ। ਉਹਨਾਂ ਨੇ ਗੁਰਦੁਆਰੇ ਨੂੰ ਮਜ਼ਾਕ ਵਾਲੀ ਜਗ੍ਹਾ ਬਣਾ ਕੇ ਰੱਖ ਦਿੱਤਾ। ਉਹਦੇ ਨਾਲ ਜਿਹੜੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ ਉਹ ਵੀ ਬਕਾਇਦਾ ਜ਼ਿੰਮੇਦਾਰ ਨੇ, ਜਿਹੜੇ ਪ੍ਰਚਾਰਕ ਨੇ ਉਹ ਵੀ ਬਕਾਇਦਾ ਜ਼ਿੰਮੇਦਾਰ ਨੇ। ਜਿਸ ਗੁਰਦੁਆਰੇ ਦੇ ਪ੍ਰਬੰਧਕ ਨੂੰ ਖੁਦ ਨੂੰ ਗੁਰੂ ਇਤਿਹਾਸ, ਗੁਰੂ ਫਿਲਾਸਫੀ ਦਾ ਪਤਾ ਨਹੀਂ, ਉਹ ਆਪਣੇ ਪ੍ਰਚਾਰਕ ਨੂੰ ਕਿੱਦਾਂ ਉਹਨੂੰ ਸੇਧ ਦਊਗਾ? ਜਿਨ੍ਹਾਂ ਨੂੰ ਇਹੀ ਪਤਾ ਨਹੀਂ ਕਿ ਗੁਰੂ ਨਾਨਕ ਨੇ ਵੱਖਰਾ ਧਰਮ ਚਲਾਇਆ ਕਿ ਨਹੀਂ ਚਲਾਇਆ, ਉਹ ਗੁਰੂ ਘਰਾਂ ਦਾ ਪ੍ਰਬੰਧ ਕੀ ਕਰਨਗੇ? ਆਪਾਂ ਇੰਨਾ ਕੀ ਸਮਝ ਲਈਏ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਅਸੀਂ ਪਿਛਲਾ ਐਪੀਸੋਡ ਕੀਤਾ ਸੀ, ਉਹਨੂੰ ਜਦੋਂ ਉਹਦੀ ਸਮਾਪਤੀ ਵੱਲ ਆਪਾਂ ਗਏ ਸੀ ਤਾਂ ਮੈਂ ਤਾਂ ਆਪ ਜੀ ਨਾਲ ਇਹ ਜ਼ਿਕਰ ਕੀਤਾ ਸੀਗਾ ਕਿ ਅਗਲੇ ਐਪੀਸੋਡ ਦੇ ਵਿੱਚ ਆਪਾਂ ਜਿਹੜੇ ਗੁਰੂ ਮਹਾਰਾਜ ਵੱਲੋਂ ਬੋਲੀਆਂ ਸਥਾਪਿਤ ਕੀਤੀਆਂ ਗਈਆਂ ਤੇ ਹੋਰ ਜਿਹੜੀਆਂ ਇਕੁਐਲਿਟੀ ਦੀਆਂ ਗੱਲਾਂ ਕੀਤੀਆਂ ਗਈਆਂ ਉਹਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਪਰ ਮੈਨੂੰ ਇੰਝ ਲੱਗਦਾ ਕਿ ਜਿਹੜਾ ਜਿੱਥੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਛੱਡਿਆ ਸੀਗਾ, ਥੋੜ੍ਹਾ ਜਿਹਾ ਉਸ ਤੋਂ ਅੱਗੇ ਸਾਨੂੰ ਵਿਚਾਰਨ ਦੀ ਲੋੜ ਹੈ। ਅਤੇ ਅੱਜ ਦਾ ਜਿਹੜਾ ਐਪੀਸੋਡ ਹੈ ਉਹ ਮੈਂ ਅੱਗੇ ਜਾਂ ਬੋਲੀਆਂ ਵਾਲੀਆਂ ਜਦੋਂ ਅਕਬਰ ਆਉਂਦਾ ਹੈ, ਆਪਾਂ ਉਸ ਪਾਸੇ ਨਾ ਜਾ ਕੇ ਹਜੇ ਜਿਹੜਾ ਇਹ ਵਾਲਾ ਐਪੀਸੋਡ ਆ ਉਹ ਜਿਹੜਾ ਪਿਛਲਾ ਜਿੱਥੇ ਆਪਾਂ ਛੱਡਿਆ ਸੀ, ਮੰਜੀਆਂ ਅਤੇ ਪੀੜ੍ਹੀਆਂ ਦੀ ਗੱਲ ਛੱਡੀ ਸੀ, ਉਹਨੂੰ ਹੀ ਥੋੜ੍ਹਾ ਜਿਹਾ ਅੱਗੇ ਲੈ ਕੇ ਆਪਾਂ ਚੱਲਦੇ ਹਾਂ ਔਰ ਉਹਦੇ ਬਾਰੇ ਡਿਸਕਸ ਕਰਨ ਦੀ ਥੋੜ੍ਹੀ ਜਿਹੀ ਜ਼ਰੂਰਤ ਜਿਹੜੀ ਮੈਨੂੰ ਮਹਿਸੂਸ ਹੋ ਰਹੀ ਆ, ਉਹ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੀ ਹਾਂ। ਜਿੱਥੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਛੱਡਿਆ ਸੀ ਉਹ ਇਹ ਸੀ ਕਿ ਗੁਰੂ ਮਹਾਰਾਜ ਜਦੋਂ ਮੰਜੀਆਂ ਅਤੇ ਪੀੜ੍ਹੇ ਇਸਟੈਬਲਿਸ਼ ਕਰਦੇ ਨੇ ਤਾਂ ਉਹ ਐਵੇਂ ਹਵਾ ਦੇ ਵਿੱਚ ਜਾਂ ਐਵੇਂ ਉਹਨਾਂ ਦਾ ਕੋਈ ਇੱਕ ਫੈਂਸੀ ਖਿਆਲ ਨਹੀਂ ਸੀ ਕਿ ਉਹਨਾਂ ਦੇ ਇੱਕ ਮਨ 'ਚ ਆਇਆ ਕਿ ਅੱਜ ਮੰਜੀਆਂ ਅਤੇ ਪੀੜ੍ਹੇ ਇਸਟੈਬਲਿਸ਼ ਕਰ ਦਿੱਤੇ ਜਾਣ ਅਤੇ ਉਹਨਾਂ ਨੇ ਕਰ ਦਿੱਤੇ। ਬਕਾਇਦਾ ਉਹਦੇ ਪਿੱਛੇ ਉਹਨਾਂ ਦੀ ਇੱਕ ਫਿਲਾਸਫੀ ਕੰਮ ਕਰ ਰਹੀ ਸੀ, ਬਕਾਇਦਾ ਉਹਨਾਂ ਦੀ ਇੱਕ ਰਣਨੀਤੀ ਕੰਮ ਕਰ ਰਹੀ ਸੀ, ਜਿਹਦੇ ਨਾਲ ਉਹ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਅੱਗੇ ਲੈ ਕੇ ਚੱਲਦੇ ਨੇ। ਔਰ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਜੋ ਕਿ ਖਾਲਸਾ ਪੰਥ ਦੀ ਤਿਆਰੀ ਦੇ ਉੱਤੇ ਜਾ ਕੇ ਸੰਪੂਰਨ ਹੋਣਾ ਸੀ, ਉਸ ਖਾਲਸਾ ਪੰਥ ਦੀ ਤਿਆਰੀ ਵਾਸਤੇ ਔਰ ਜਿਸ ਖਾਲਸਾ ਪੰਥ ਨੂੰ ਅੱਜ ਹਰ ਇੱਕ ਜਗ੍ਹਾ ਦੇ ਉੱਤੇ ਜਾਣਿਆ ਜਾਂਦਾ ਹੈ, ਜਿਸ ਤਰੀਕੇ ਨਾਲ ਜਾਣਿਆ ਜਾਂਦਾ, ਉਸ ਦੀ ਸੰਪੂਰਨਤਾ ਦੇ ਲਈ ਇਹ ਇੱਕ ਵੱਡਾ ਪੜਾਅ ਸੀ। ਔਰ ਇਸ ਪੜਾਅ ਦੇ ਵਿੱਚ ਗੁਰੂ ਮਹਾਰਾਜ ਸਾਨੂੰ ਦਿੰਦੇ ਕੀ ਨੇ? ਜਦੋਂ ਉਹ ਇਹ ਗੱਲ ਮੈਂ ਆਪਾਂ ਪਿਛਲੇ ਐਪੀਸੋਡ ਵਿੱਚ ਵੀ ਕੀਤੀ ਸੀ ਕਿ ਜਦੋਂ ਉਹ ਮੰਜੀਆਂ ਅਤੇ ਪੀੜ੍ਹਿਆਂ ਨੂੰ ਇਸਟੈਬਲਿਸ਼ ਕਰਕੇ ਉੱਥੇ ਬੀਬੀਆਂ ਅਤੇ ਜਿਹੜੇ ਆਦਮੀ ਨੇ, ਜਿਹੜੇ ਗੁਰਮੁਖ ਪਿਆਰੇ ਨੇ, ਉਹਨਾਂ ਸਾਰਿਆਂ ਨੂੰ ਭੇਜਦੇ ਨੇ ਪ੍ਰਚਾਰ ਵਾਸਤੇ,
ਤਾਂ ਉਹ ਸਿਰਫ ਪ੍ਰਚਾਰ ਮਾਤਰ ਦੀ ਗੱਲ ਨਹੀਂ ਹੈ, ਉਹ ਸਿਰਫ ਇੰਨੀ ਗੱਲ ਨਹੀਂ ਹੈ ਕਿ ਉਹਨਾਂ ਨੇ ਜਾ ਕੇ ਤੇ ਗੁਰੂ ਮਹਾਰਾਜ ਦਾ ਜਿਹੜਾ ਨਾਮ ਹੈ, ਜੋ ਗੁਰਬਾਣੀ ਦਾ ਗਿਆਨ ਹੈ, ਉਹ ਸੰਗਤਾਂ ਤੱਕ ਪਹੁੰਚਾਉਣਾ। ਸਿਰਫ ਇੰਨੀ ਗੱਲ ਨਹੀਂ, ਉਹ ਬਕਾਇਦਾ ਉੱਥੋਂ ਦਾ ਪੂਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਉਸੇ ਹੀ ਜਿਹੜਾ ਮੰਜੀਦਾਰ ਹੈ ਉਹਦੇ ਹਵਾਲੇ ਕੀਤਾ ਜਾਂਦਾ। ਮੰਜੀਦਾਰ ਦਾ ਬਕਾਇਦਾ ਇਹ ਕੰਮ ਹੈ ਕਿ ਉਸਨੇ ਜਿਹੜੀ ਉੱਥੇ ਸੰਗਤ ਦੇ ਦਸਵੰਧ ਰੂਪ ਦੇ ਵਿੱਚ ਜੋ ਮਾਇਆ ਆਉਂਦੀ ਹੈ ਉਸ ਦਾ ਖਿਆਲ ਰੱਖਣਾ, ਉਸ ਨੂੰ ਲੰਗਰ ਵਾਸਤੇ ਇਸਤੇਮਾਲ ਕਰਨਾ, ਉਸ ਨੂੰ ਸੰਗਤ ਵਾਸਤੇ ਇਸਤੇਮਾਲ ਕਰਨਾ, ਔਰ ਜੋ ਬਾਕੀ ਬਚ ਜਾਂਦੀ ਹੈ ਉਹ ਬਕਾਇਦਾ ਗੋਇੰਦਵਾਲ ਸਾਹਿਬ ਉਹਨਾਂ ਨੇ ਵਾਪਸ ਭੇਜਣੀ ਹੈ, ਸੋ ਦੈਟ ਕਿ ਜਿਹੜਾ ਉਹ ਦਸਵੰਧ ਹੈ ਉਹਦੇ ਨਾਲ ਇੱਕ ਕੌਮ ਜਿਹੜੀ ਆ ਉਹ ਸਿਰਜੀ ਜਾ ਸਕੇ। ਕਿਉਂਕਿ ਕਦੀ ਵੀ ਇਹ ਦੁਨੀਆ ਹੀ ਮਾਇਆ ਹੈ, ਔਰ ਮਾਇਆ ਤੋਂ ਬਿਨਾਂ ਕੋਈ ਵੀ ਵੱਡੀ ਜਿਹੜੀ ਆਰਗੇਨਾਈਜੇਸ਼ਨ ਆ ਉਹਨੂੰ ਖੜਾ ਕਰਨਾ ਥੋੜ੍ਹਾ ਜਿਹਾ ਅਸੰਭਵ ਹੁੰਦਾ। ਅਤੇ ਇਸ ਕਰਕੇ ਉਹ ਸਾਰਾ ਇੱਕ ਪ੍ਰੋਪਰ ਪੈਟਰਨ ਦੇ ਵਿੱਚ ਬੰਨ੍ਹਣ ਦੇ ਲਈ ਉਹਨਾਂ ਲੋਕਾਂ ਨੂੰ, ਉਸ ਰॉ ਮਟੀਰੀਅਲ ਨੂੰ ਜਿਹੜਾ ਹੁਣ ਤੱਕ ਜਿਹੜੇ ਕਦੀ ਵੀ ਉਹ ਐਡੇ ਵੱਡੇ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪ ਚੀਜ਼ਾਂ ਨਹੀਂ ਸੀ ਸੰਭਾਲੀਆਂ। ਮੈਂ ਆਪ ਜੀ ਨਾਲ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜੇ ਮੰਜੀਦਾਰ ਇਸਟੈਬਲਿਸ਼ ਹੁੰਦੇ ਨੇ ਜਾਂ ਜਿਹੜੇ ਪੀੜ੍ਹੀਆਂ ਦੇ ਉੱਤੇ ਬੀਬੀਆਂ ਜਾਂਦੀਆਂ ਨੇ, ਉਹ ਕੋਈ ਪਿੱਛੋਂ ਜਾਂ ਉਹਨਾਂ ਨੂੰ ਕਹਿ ਲਓ ਕਿ ਉਹਨਾਂ ਨੇ ਕੋਈ ਪਿੱਛੋਂ ਕੋਈ ਐਸੀ ਪੜ੍ਹਾਈ ਨਹੀਂ ਕੀਤੀ ਹੋਈ ਕਿ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਆ ਜਾਏ। ਪਰ ਗੁਰੂ ਮਹਾਰਾਜ ਇਹਨਾਂ ਮੰਜੀਆਂ ਦੇ ਨਾਲ ਇਹ ਜਦੋਂ ਮੰਜੀਆਂ ਇਸਟੈਬਲਿਸ਼ ਕਰਦੇ ਨੇ ਤਾਂ ਬਕਾਇਦਾ ਉਹਨਾਂ ਨੂੰ 3 ਚੀਜ਼ਾਂ ਦਾ ਜਿਹੜਾ ਗਿਆਨ ਹੈ, ਪ੍ਰੈਕਟੀਕਲ ਗਿਆਨ, ਉਹ ਦੇ ਦਿੰਦੇ ਨੇ। ਇੱਕ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਪਾਵਰ ਹੈ ਕਿ ਉਹ ਕਿੱਦਾਂ ਐਡਮਿਨਿਸਟਰ ਕਰਨਗੇ, ਇਕੋਨਮੀ ਨੂੰ ਵੀ ਐਡਮਿਨਿਸਟਰ ਕਰਨਾ ਔਰ ਲੋਕਾਂ ਨੂੰ ਵੀ ਐਡਮਿਨਿਸਟਰ ਕਰਨਾ, ਔਰ ਉਹਦੇ ਨਾਲ ਜਿਹੜਾ ਉੱਥੇ ਹਿਊਮਨ ਰਿਸੋਰਸ ਆ ਉਹਨੂੰ ਵੀ ਐਡਮਿਨਿਸਟਰ ਕਰਨਾ। ਔਰ ਇਹਦੇ ਨਾਲ ਹੀ ਪ੍ਰੋਜੈਕਟ ਮੈਨੇਜਮੈਂਟ, ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਫੈਂਸੀ ਵਰਡ ਅੱਜ ਆਪਾਂ ਨੂੰ ਨਜ਼ਰ ਆ ਰਹੇ ਨੇ, ਪ੍ਰੋਜੈਕਟ ਮੈਨੇਜਮੈਂਟ ਸਕਿੱਲਸ, ਇਹੋ ਜਿਹਾ ਗੁਰੂ ਮਹਾਰਾਜ ਸਾਨੂੰ ਪਹਿਲਾਂ ਹੀ ਸਾਡੇ ਕੋਲ ਇੱਕ ਪ੍ਰੈਕਟੀਕਲ ਢਾਂਚੇ ਦੇ ਰੂਪ ਦੇ ਵਿੱਚ ਦੇ ਦਿੰਦੇ ਨੇ। ਇਹੀ ਕਾਰਨ ਹੈ ਕਿ ਸਿੱਖਾਂ ਦੀ ਜਦੋਂ ਵੀ ਇੱਕ ਵਿਉਂਤਬੰਦਤਾ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਕਾਇਲ ਹੋ ਜਾਂਦੀ ਹੈ। ਜਦੋਂ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਸੀ, ਫਾਰਮਰ ਪ੍ਰੋਟੈਸਟ ਜਾਰੀ ਸੀ, ਜਿਸ ਤਰੀਕੇ ਨਾਲ ਪੂਰੇ ਮੁਲਕ ਉੱਥੇ ਔਰ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਇਕੱਠੇ ਹੋ ਕੇ ਹਰ ਇੱਕ ਜਗ੍ਹਾ ਦੇ ਉੱਪਰ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਰੈਲੀਆਂ ਕੀਤੀਆਂ। ਉਹਨਾਂ ਰੈਲੀਆਂ ਦੇ ਵਿੱਚ ਫਿਰ ਲੰਗਰ ਪ੍ਰਸ਼ਾਦੇ ਵੀ ਛਕਾਏ ਗਏ, ਬਕਾਇਦਾ ਭਾਸ਼ਣ ਵੀ ਹੋਏ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪ੍ਰੋਜੈਕਟ ਮੈਨੇਜਮੈਂਟ ਸਕਿੱਲ ਹੈ। ਹੁਣ ਜਿਨ੍ਹਾਂ ਨੇ ਵੀ ਉਹ ਕੀਤਾ, ਜ਼ਰਾ ਮੇਰੇ ਉਹ ਸਾਰੇ ਵੀਰ ਭੈਣ ਆਪਣੇ ਆਪ ਕੋਲੋਂ ਪੁੱਛਣ, ਕਿਆ ਉਹਨਾਂ ਨੇ ਕਦੀ ਪ੍ਰੋਜੈਕਟ ਮੈਨੇਜਮੈਂਟ ਦੀ ਕੋਈ ਕਲਾਸ ਲਾਈ ਸੀ? ਨਹੀਂ ਲਾਈ ਸੀ। ਸ਼ਾਇਦ ਹੋ ਸਕਦਾ ਉਹਨਾਂ 'ਚੋਂ ਕਈਆਂ ਨੇ ਲਾਈਆਂ ਵੀ ਹੋਣ, ਕਈ MBA ਵੀ ਹੋਣ, ਬਟ ਮੈਂ ਮੈਜੋਰਿਟੀ ਦੀ ਗੱਲ ਕਰ ਰਹੀ ਹਾਂ। ਜਿਹੜੇ ਉੱਥੇ ਕਿਸਾਨ ਧਰਨੇ 'ਤੇ ਬੈਠੇ ਸੀ, ਉਹਨਾਂ 'ਚੋਂ ਕਿਹੜਾ ਸੀ ਜਿਹਨੇ ਜਾ ਕੇ, ਔਰ ਜਿਹੜੇ ਲੰਗਰ, ਕਿਉਂਕਿ ਆਪ ਮੁਹਾਰੇ ਲੰਗਰ ਚੱਲਣੇ ਸ਼ੁਰੂ ਹੋ ਗਏ, ਔਰ ਇਸ ਤਰੀਕੇ ਨਾਲ ਵਿਉਂਤਬੰਦ ਢੰਗ ਦੇ ਨਾਲ ਉਹਨਾਂ ਨੇ ਲੰਗਰ ਵੀ ਲਾਏ। ਔਰ ਉਸ ਤੋਂ ਬਾਅਦ ਜਦੋਂ ਉੱਥੇ ਬਾਰਿਸ਼ ਹੋਣ ਲੱਗ ਗਈ ਔਰ ਲੱਗਾ ਕਿ ਸਾਰਾ ਕੁਛ ਇੱਧਰ ਉੱਧਰ ਹੋ ਸਕਦਾ, ਉੱਥੇ ਪੱਕੇ ਇੱਕਦਮ ਘਰਾਂ ਵਾਂਗੂ ਉਹ ਟੈਂਟ ਵੀ ਪੈ ਗਏ। ਉਹ ਸਾਰਾ ਕੀ ਸੀ? ਉਹ ਪ੍ਰੋਜੈਕਟ ਮੈਨੇਜਮੈਂਟ ਦੀ ਸਕਿੱਲ ਹੈ। ਬਹੁਤ ਜਗ੍ਹਾ ਦੇ ਉੱਤੇ ਇਹ ਗੱਲ ਮੈਂ ਪੜ੍ਹੀ, ਔਰ ਬੜੇ ਜਿਹੜੇ ਨੌਨ ਸਿੱਖ ਨੇ ਉਹਨਾਂ ਨੇ ਇਹ ਗੱਲ ਲਿਖੀ ਹੋਈ ਸੀ ਕਿ ਐਡਾ ਵੱਡਾ ਪ੍ਰੋਟੈਸਟ ਸਿਰਫ ਸਿੱਖ ਕਰ ਸਕਦੇ ਸੀ। ਬੇਸ਼ੱਕ ਇਸ ਨੂੰ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਵੀ ਹੋਈ, ਉਹਨਾਂ ਨੇ ਕਿਹਾ ਕਿ ਨਹੀਂ ਜੀ, ਇਹਨੂੰ ਸਿੱਖਾਂ ਦੇ ਨਾਲ ਨਾ ਜੋੜੋ। ਪਰ ਜੇ ਆਪਾਂ ਧਿਆਨ ਨਾਲ ਦੇਖੀਏ, ਜਿਹੜੀ ਸਪਿਰਿਟ ਕੰਮ ਕਰ ਰਹੀ ਸੀ ਉੱਥੇ, ਉਹ ਸਿੱਖੀ ਦੀ ਸਪਿਰਿਟ ਕੰਮ ਕਰ ਰਹੀ ਸੀ। ਇਹ ਜਿਹੜੀ ਇੱਕ ਤਰੀਕੇ ਨਾਲ ਸਾਡੀ ਜਿਹੜੀ ਟ੍ਰੇਨਿੰਗ ਹੋਈ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜੇ ਵੱਡੀਆਂ ਜਿਹੜੇ ਆਰਗੇਨਾਈਜੇਸ਼ਨਸ ਨੇ ਉਹਨੂੰ ਐਡਮਿਨਿਸਟਰ ਕਰਨਾ, ਇਹ ਉਸੇ ਟ੍ਰੇਨਿੰਗ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ। ਅੱਜ ਵੀ ਜਦੋਂ ਮੈਂ ਕਿਤੇ ਕੁਛ ਵੀ ਪੜ੍ਹਦੀ ਹਾਂ, ਕਈਆਂ ਜੋ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ, ਉਹਨਾਂ ਨੇ ਵੀ ਕਈ ਥਾਵਾਂ 'ਤੇ ਲਿਖਿਆ ਹੁੰਦਾ ਕਿ ਸਿੱਖਾਂ ਤੋਂ ਬਿਹਤਰ ਜੇ ਕੋਈ, ਕਿਉਂਕਿ ਮੈਂ ਇੰਡੀਆ ਦੀ ਗੱਲ ਕਰ ਰਹੀ ਹਾਂ, ਬੜੀਆਂ ਜਗ੍ਹਾ ਦੇ ਉੱਤੇ ਮੈਂ ਪੜ੍ਹਿਆ ਸੁਣਿਆ ਲੋਕਾਂ ਕੋਲੋਂ ਕਿ ਅਗਰ ਜਿਹੜਾ ਰਾਜ ਭਾਗ ਹੈ ਉਹ ਸਾਰਾ ਸਿੱਖਾਂ ਦੇ ਹੱਥ 'ਚ ਦੇ ਦਿੱਤਾ ਜਾਵੇ ਤਾਂ ਕੋਈ ਭੁੱਖਾ ਨਹੀਂ ਸੌਂਗਾ, ਕੋਈ ਗਰੀਬ ਨਹੀਂ ਹੋਊਗਾ, ਕੋਈ ਸਿਹਤ ਕਰਕੇ ਮਰੂਗਾ ਨਹੀਂ, ਕੋਈ ਸਿਰਫ ਇਸ ਕਰਕੇ ਕਿ ਉਹਨੂੰ ਹੌਸਪੀਟਲ ਦੀ ਸੁਵਿਧਾ ਨਹੀਂ ਮਿਲੀ ਉਹ ਇਸ ਕਰਕੇ ਮਰੂਗਾ ਨਹੀਂ, ਕਿਉਂਕਿ ਇਹਨਾਂ ਲੋਕਾਂ ਨੂੰ ਸਾਰੇ ਫਾਈਨੈਂਸਿਸ ਜਿਹੜੇ ਨੇ ਉਹਨਾਂ ਨੂੰ ਮੈਨੇਜ ਕਰਨਾ ਆਉਂਦਾ। ਹੁਣ ਇਹ ਫਾਈਨੈਂਸਿਸ ਨੂੰ ਮੈਨੇਜ ਕਰਨਾ ਸਾਨੂੰ ਸਿਖਾਇਆ ਕਿਹਨੇ ਹੈ? ਉਹ ਸਿਖਾਇਆ ਇਹਨਾਂ ਹੀ ਮੰਜੀਆਂ ਨੇ, ਇਹਨਾਂ ਹੀ ਪੀੜ੍ਹੀਆਂ ਨੇ। ਔਰ ਗੁਰੂ ਮਹਾਰਾਜ ਦੀ ਜਿਹੜੀ ਦੂਰ ਅੰਦੇਸ਼ੀ ਸੀ, ਜਿਸ ਤਰੀਕੇ ਨਾਲ ਉਹ ਖਾਲਸਾ ਪੰਥ ਦਾ ਪ੍ਰੋਜੈਕਟ ਕੰਪਲੀਸ਼ਨ ਵੱਲ ਲੈ ਕੇ ਜਾ ਰਹੇ ਸੀ, ਔਰ ਬਕਾਇਦਾ ਉਹ ਸਾਡੀ ਜਿਹੜੀ ਵਿਸਾਖੀ 1699 ਦੀ ਵਿਸਾਖੀ ਨੂੰ ਪੂਰਨ ਵੀ ਹੁੰਦਾ, ਉਹ ਬਕਾਇਦਾ ਉਹਦੀ ਸਾਨੂੰ ਤਿਆਰ ਕਰਨ ਦੇ ਲਈ ਇੱਕ ਪੜਾਅ ਦੇ ਉੱਤੇ ਸਾਡੀ ਟ੍ਰੇਨਿੰਗ ਹੋ ਰਹੀ ਸੀ।
ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿਰਫ ਹੋਕਾ ਦੇ ਕੇ ਜਗਾਉਂਦੇ ਨੇ ਔਰ ਨਾਲੇ ਪੂਰਨੇ ਪਾ ਜਾਂਦੇ ਨੇ ਕਿ ਇਸ ਤਰੀਕੇ ਦੇ ਨਾਲ ਕੰਮ ਹੋਊਗੇ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਸਾਨੂੰ ਸਾਡੀ ਬੋਲੀ ਦਿੰਦੇ ਨੇ, ਸਾਡੀ ਭਾਸ਼ਾ ਦਿੰਦੇ ਨੇ ਕਿ ਇਹ ਤੁਹਾਡੀ ਬੋਲੀ ਹੈ ਔਰ ਇਹ ਤੁਹਾਨੂੰ ਇੱਕ ਕੌਮੀਅਤ ਦੇ ਵਿੱਚ ਬਾਈਂਡ ਕਰਕੇ ਰੱਖੂਗੀ, ਇਹ ਤੁਹਾਨੂੰ ਇੱਕ ਕੌਮ ਹੋਣ ਦਾ ਹਮੇਸ਼ਾ ਕੌਨਸ਼ੀਅਸਨੈਸ ਦਿੰਦੀ ਰਹੂਗੀ। ਗੁਰੂ ਅਮਰਦਾਸ ਮਹਾਰਾਜ ਜਿਹੜੇ ਨੇ ਉਹ ਬਕਾਇਦਾ ਮੰਜੀਆਂ ਔਰ ਪੀੜੇ ਇਸਟੈਬਲਿਸ਼ ਕਰਕੇ ਉਸ ਜਿਹੜੀ ਗੁਰਮੁਖੀ ਲਿਪੀ ਹੈ ਉਸ ਬੋਲੀ ਦਾ ਵੀ ਪ੍ਰਸਾਰ ਕਰਦੇ ਨੇ। ਹਰ ਜਗ੍ਹਾ ਦੇ ਉੱਤੇ ਪ੍ਰਚਾਰ ਵੀ ਹੁੰਦਾ ਔਰ ਉਹਦੇ ਨਾਲ ਨਾਲ ਜਿਹੜੇ ਮੰਜੀਆਂ ਅਤੇ ਪੀੜ੍ਹੀਆਂ ਦੇ ਉੱਤੇ ਇਸਟੈਬਲਿਸ਼ ਹੁੰਦੇ ਨੇ ਜੋ ਲੋਕ, ਜੋ ਗੁਰਮੁਖ ਪਿਆਰੇ, ਉਹਨਾਂ ਦਾ ਇੱਕ ਪ੍ਰੋਪਰ ਟ੍ਰੇਨਿੰਗ ਵੀ ਹੁੰਦੀ ਹੈ। ਹੁਣ ਜਿਹੜਾ ਆਪਾਂ ਅੱਜ ਜਿਹੜੀ ਮੇਜਰ ਗੱਲ ਕਰਨੀ ਹੈ, ਇਹ ਗੱਲਾਂ ਆਪਾਂ ਸਾਰੀਆਂ ਕਰ ਵੀ ਚੁੱਕੇ, ਇੱਕ ਵਾਰੀ ਦੁਹਰਾਉਣੀਆਂ ਵੀ ਜ਼ਰੂਰੀ ਸੀ, ਪਰ ਜਿਹੜੀ ਇੱਕ ਮੇਜਰ ਗੱਲ ਜੋ ਆਪਾਂ ਅੱਜ ਦੇਖਣੀ ਹੈ ਉਹ ਇਹ ਦੇਖਣੀ ਹੈ ਕਿ ਉਸ ਵੇਲੇ ਮੈਂ ਪਿਛਲੇ ਐਪੀਸੋਡ ਵਿੱਚ ਵੀ ਆਪ ਜੀ ਨਾਲ ਜ਼ਿਕਰ ਕੀਤਾ ਸੀਗਾ ਕਿ 146 ਗੁਰਮੁਖ ਪਿਆਰੇ ਜਿਹੜੇ ਨੇ ਉਹ ਗੁਰੂ ਮਹਾਰਾਜ ਵੱਖਰੀਆਂ ਦਿਸ਼ਾਵਾਂ ਦੇ ਵਿੱਚ ਭੇਜਦੇ ਨੇ ਔਰ ਉਹਨਾਂ ਵਿੱਚੋਂ 94 ਜਿਹੜੇ ਨੇ ਉਹ ਆਦਮੀ ਨੇ ਔਰ 52 ਯਾਨੀ ਕਿ 52 ਜਿਹੜੀਆਂ ਨੇ ਉਹ ਔਰਤਾਂ ਨੇ। ਹੁਣ ਇਹਦੇ ਵਿੱਚ ਆਪਾਂ ਇਹ ਦੇਖੀਏ ਕਿ ਜੈਂਡਰ ਇਕੁਐਲਿਟੀ ਦੀ ਗੱਲ ਤਾਂ ਆ ਗਈ। ਮੈਂ ਇੱਕ ਬੜਾ ਅਜੀਬ ਜਿਹਾ ਇੱਕ ਪੇਪਰ ਪੜ੍ਹ ਰਹੀ ਸੀ, ਕਿਸੇ ਨੇ ਲਿਖਿਆ ਹੋਇਆ ਕਿ ਜਿਹੜਾ ਕੌਰ ਹੈ, ਮੇਕਿੰਗ ਆਫ ਕੌਰ ਇਨ 20th ਸੈਂਚੁਰੀ, ਉਹਦੇ ਬਾਰੇ ਵੀ ਆਪਾਂ ਕਦੀ ਗੱਲ ਕਰਾਂਗੇ ਕਿ ਉਹਨਾਂ ਨੂੰ ਇਹ ਲੱਗਦਾ ਕਿ ਕੌਰ ਦਾ ਜਿਹੜੀ ਹੋਂਦ ਹੈ ਨਾ ਉਹੀ 20ਵੀਂ ਸਦੀ ਦੇ ਵਿੱਚ ਬਣਨੀ ਸ਼ੁਰੂ ਹੋਈ ਹੈ। ਮੈਨੂੰ ਨਹੀਂ ਸਮਝ ਆਉਂਦੀ ਕਿ ਪੜ੍ਹ ਲਿਖ ਕੇ ਵੀ ਆਪਾਂ ਜੇ ਇਹੋ ਜਿਹੀਆਂ ਝੱਲੀਆਂ ਮਾਰਨੀਆਂ ਤਾਂ ਫਿਰ ਕੀ ਫਾਇਦਾ, ਹੈ ਨਾ। ਜਦ ਕਿ ਹੁਣ ਆਹ ਜਿਹੜੀ ਜਦੋਂ ਦੇ ਆਪਾਂ ਗੱਲ ਕਰ ਰਹੇ ਹਾਂ, ਜਦੋਂ 52 ਔਰਤਾਂ ਪੀੜ੍ਹੀਆਂ ਦੇ ਰੂਪ ਦੇ ਵਿੱਚ ਅੱਗੇ ਜਾਂਦੀਆਂ ਨੇ ਔਰ ਬਕਾਇਦਾ ਪ੍ਰਚਾਰਕ ਬਣਦੀਆਂ ਨੇ, ਤਾਂ ਕਿਆ ਇਹ ਮੇਕਿੰਗ ਆਫ ਕੌਰ ਨਹੀਂ ਹੈ? ਖੈਰ, ਇਹ ਗੱਲਾਂ ਦਾ ਜਵਾਬ ਜਿਹੜਾ ਹੈ ਕੌਮ ਨੂੰ ਦੇਣਾ ਪਊਗਾ। ਇਹ ਇੱਕ ਡਿਫਰੈਂਟ ਟੌਪਿਕ ਹੈ, ਇਹਦੇ ਬਾਰੇ ਵੀ ਆਪਾਂ ਕਦੀ ਨਾ ਕਦੀ ਗੱਲ ਕਰਾਂਗੇ। ਖੈਰ, ਜਿਹੜੀ ਅੱਜ ਦੀ ਗੱਲ ਹੈ, ਗੱਲ ਇਹ ਹੈ ਕਿ 146 ਗੁਰਮੁਖ ਪਿਆਰੇ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਜਾਂਦੇ ਨੇ ਔਰ ਬਕਾਇਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਬੜੇ ਬਾਖੂਬੀ ਢੰਗ ਨਾਲ ਕਰਦੇ ਨੇ। ਐਵੇਂ ਕਰਦੇ ਨੇ ਕਿ ਸਿੱਖੀ ਜਿੱਧਰ ਵੀ ਹੋ ਗਏ, ਸਿੱਖੀ ਪ੍ਰਫੁੱਲਤ ਹੋ ਗਈ। ਅੱਜ ਵੀ ਆਪਾਂ ਦੇਖਦੇ ਹਾਂ ਉਹਨਾਂ ਇਲਾਕਿਆਂ ਦੇ ਵਿੱਚ, ਜਿਨ੍ਹਾਂ ਇਲਾਕਿਆਂ ਦੇ ਵਿੱਚ ਸਾਨੂੰ ਲੱਗਦਾ ਕਿ ਸ਼ਾਇਦ ਇੱਥੇ ਤਾਂ ਸਿੱਖਾਂ ਦਾ ਕੋਈ ਹੋਣਾ ਵੀ ਨਹੀਂ, ਉੱਥੇ ਵੀ ਸਾਨੂੰ ਕੋਈ ਨਾ ਕੋਈ ਸਿੱਖਾਂ ਦਾ ਗੁਰਦੁਆਰਾ ਜਾਂ ਸਿੱਖਾਂ ਦੀ, ਚਾਹੇ ਉਹ ਆਦੀਵਾਸੀ ਕਹਿ ਲਈਏ ਜਾਂ ਆਪਾਂ ਵਣਜਾਰੇ ਕਹਿ ਲਈਏ, ਜਿਸ ਤਰੀਕੇ ਨਾਲ ਵੀ, ਪਰ ਉਹ ਅੱਜ ਵੀ ਸਾਨੂੰ ਕਿਤੇ ਨਾ ਕਿਤੇ ਮੌਜੂਦ ਮਿਲ ਜਾਂਦੇ ਨੇ। ਉਹ ਕੀ ਹੈ? ਉਹ ਉਹਨਾਂ ਹੀ ਲੋਕਾਂ ਦਾ, ਉਹ ਜਿਹੜੇ 146 ਗੁਰਮੁਖ ਪਿਆਰਿਆਂ ਦੀ ਜਿਹੜਾ ਉਹਨਾਂ ਨੇ ਪ੍ਰਫੁੱਲਤ ਕੀਤਾ ਸਿੱਖੀ ਦੇ ਬੂਟੇ ਨੂੰ, ਇਹ ਉਹਨਾਂ ਦੀ ਹੀ ਗੱਲ ਹੈ, ਇਹ ਉਹਨਾਂ ਦੀ ਹੀ ਦੇਣ ਹੈ ਸਾਨੂੰ। ਹੁਣ ਆਪਾਂ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਸ ਵੇਲੇ ਜਦੋਂ ਕਿ ਪ੍ਰਿੰਟਿੰਗ ਪ੍ਰੈਸ ਵੀ ਨਹੀਂ ਹੈ ਔਰ ਜਦੋਂ ਜਿਹੜੇ ਮੰਜੀਦਾਰ ਅਤੇ ਜਿਹੜੇ ਪੀੜ੍ਹੀਆਂ ਅਤੇ ਬੀਬੀਆਂ ਸੀ, ਉਹ ਜਦੋਂ ਆਪਣਾ ਲਿਟਰੇਚਰ ਵੀ ਵੰਡਦੇ ਹੋਣਗੇ ਤਾਂ ਉਹ ਬਕਾਇਦਾ ਹੱਥ ਨਾਲ ਲਿਖ ਕੇ ਵੰਡਦੇ ਹੋਣਗੇ, ਪੋਥੀਆਂ ਹੱਥ ਨਾਲ ਲਿਖੀਆਂ ਜਾਂਦੀਆਂ ਸੀ। ਸੋ ਜੋ ਵੀ ਉਹ ਲਿਖ ਕੇ, ਜਿਸ ਤਰੀਕੇ ਨਾਲ ਵੀ ਉਹ ਆਪਣੀ ਗੱਲ ਅੱਗੇ ਪਹੁੰਚਾਉਂਦੇ ਹੋਣਗੇ, ਉਹ ਹੱਥ ਨਾਲ ਲਿਖ ਕੇ ਪਹੁੰਚਾਉਂਦੇ ਹੋਣਗੇ ਜਾਂ ਉਹ ਬੋਲ ਕੇ ਪਹੁੰਚਾਉਂਦੇ ਹੋਣਗੇ। ਔਰ ਉਹ ਇੱਕ ਹੀ ਹੈ, ਇਹ ਨਹੀਂ ਹੈ ਕਿ ਉਹਨਾਂ ਦੀ ਪੂਰੀ ਟੀਮ ਇੱਕ ਜਗ੍ਹਾ 'ਤੇ ਜਾ ਰਹੀ ਹੈ। ਸਿਰਫ ਇੱਕ ਜੋ ਹੈ ਉਹ ਇੱਕ ਗੁਰਮੁਖ ਪਿਆਰਾ ਇੱਕ ਜਗ੍ਹਾ 'ਤੇ ਹੈ ਔਰ ਉੱਥੇ ਉਹ ਸਿੱਖੀ ਦਾ ਪ੍ਰਚਾਰ ਕਰ ਰਿਹਾ। ਹੁਣ ਆ ਜਾਈਏ ਆਪਾਂ ਅੱਜ ਦੇ ਸਮੇਂ ਦੇ ਵਿੱਚ। ਅੱਜ ਸਾਡੇ ਕੋਲ ਪ੍ਰਿੰਟਿੰਗ ਪ੍ਰੈਸ ਵੀ ਹੈ, ਸਾਡੇ ਕੋਲ ਫਾਈਨੈਂਸਿਸ ਵੀ ਬਹੁਤ ਨੇ। ਸਿੱਖ ਕੌਮ ਜਿਹੜੀ ਹੈ, ਯਹੂਦੀਆਂ ਤੋਂ ਬਾਅਦ ਸਭ ਤੋਂ ਅਮੀਰ ਕੌਮ ਸਿੱਖਾਂ ਦੀ ਕੌਮ ਹੈ ਔਰ ਇੰਨਾ ਪੈਸਾ, ਔਰ ਅਸੀਂ ਪੈਸਾ ਆਪਣਾ ਲਾਉਂਦੇ ਵੀ ਹਾਂ, ਸਾਡਾ ਪੈਸਾ ਲੋਕਾਂ ਨੂੰ ਵੀ ਦਿਖਦਾ। ਸਾਡੇ ਕੋਲ ਫਾਈਨੈਂਸਿਸ ਵੀ ਹੈ, ਰਿਸੋਰਸਿਸ ਵੀ ਹੈ, ਹਰ ਤਰੀਕੇ ਨਾਲ ਅਸੀਂ ਵੱਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਉੱਪਰ ਬੈਠੇ ਵੀ ਹੋਏ ਹਾਂ। ਪਰ ਅੱਜ ਅਸੀਂ ਵੇਖੀਏ ਕਿ ਅੱਜ ਅਸੀਂ ਉਹਨਾਂ 146 ਗੁਰਮੁਖ ਪਿਆਰਿਆਂ ਵਾਂਗੂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਪਾ ਰਹੇ ਹਾਂ? ਜੇ ਨਹੀਂ ਕਰ ਪਾ ਰਹੇ ਤਾਂ ਕਿਉਂ ਨਹੀਂ ਕਰ ਪਾ ਰਹੇ? ਸਿਰਫ ਯੂਕੇ ਦੇ ਵਿੱਚ ਅਗਰ ਆਪਾਂ ਇਹ ਗੱਲ ਕਰੀਏ ਤਾਂ 300 ਤੋਂ ਸ਼ਾਇਦ ਜ਼ਿਆਦਾ ਹੀ ਹੋਣਗੇ, ਪਰ 300 ਗੁਰਦੁਆਰੇ ਤਾਂ ਹੈਗੇ ਆ। 300 ਗੁਰਦੁਆਰਿਆਂ ਦੇ ਵਿੱਚ ਅਗਰ ਉਹਨਾਂ ਦੇ ਕਮੇਟੀ ਮੈਂਬਰ ਅਤੇ ਪ੍ਰਚਾਰਕ ਔਰ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਵੇਖੀਏ ਤਾਂ ਇੱਕ ਗੁਰਦੁਆਰੇ ਦੇ ਨਾਲ ਘੱਟੋ ਘੱਟ 10 ਤੋਂ ਲੈ ਕੇ 20 ਜਿਹੜੇ ਕਮੇਟੀ ਦੇ ਵਿੱਚ ਜਿਹੜੇ ਸਰਪ੍ਰਸਤ ਨੇ ਉਹ ਜੁੜੇ ਹੋਏ ਨੇ, ਜਿਨ੍ਹਾਂ ਨੇ ਆਪਣੇ ਮੋਢਿਆਂ ਉੱਤੇ ਇਹ ਭਾਰ ਚੁੱਕਿਆ ਹੋਇਆ ਕਿ ਅਸੀਂ ਇਸ ਗੁਰਦੁਆਰੇ ਦਾ ਪ੍ਰਬੰਧ ਚਲਾਉਣਾ। ਬੜੇ ਅੱਛੇ ਲੋਕ ਨੇ, ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਲੈਣਾ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਆਪਾਂ ਇਹ ਵੇਖੀਏ ਕਿ ਜਿਹੜੇ ਉਹ 300 ਗੁਰਦੁਆਰੇ ਮਲਟੀਪਲਾਈ ਕਰ ਲਈਏ 20 ਦੇ ਨਾਲ ਤਾਂ ਆਪਣੇ ਕੋਲ 6000 ਬਣਦਾ। 6000 ਲੋਕ ਜਾਂ ਇਹ ਕਹਿ ਲਈਏ 6000 ਪਰਿਵਾਰ ਜਦੋਂ
ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜੇ ਪੂਰੀ ਤਰ੍ਹਾਂ ਨਾਲ ਸਮਰਪਿਤ ਹੁੰਦੇ ਤਾਂ 146 ਦੇ ਮੁਕਾਬਲੇ ਆਪਾਂ ਥੋੜ੍ਹਾ ਬਹੁਤ ਤੇ ਉਹਨਾਂ ਦੇ ਵਾਂਗ ਕੰਮ ਕਰ ਹੀ ਸਕਦੇ ਸੀ। ਅੱਜ ਨੂੰ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਇੱਕ ਪ੍ਰੋਪਰ ਕ੍ਰਾਂਤੀ ਆ ਜਾਣੀ ਸੀ। ਅਸੀਂ ਆਪਣਾ ਜਿਹੜਾ ਗੁਰੂ ਦਾ ਸਾਡੇ ਦਾ ਸੰਦੇਸ਼ ਹੈ ਉਹ ਅਸੀਂ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾ ਦਿੱਤਾ ਹੋਣਾ ਸੀ। ਹੁਣ ਆਪਾਂ ਇਸ ਚੀਜ਼ ਨੂੰ ਮਿਕਸ ਨਾ ਕਰੀਏ, ਇਹ ਨਾ ਆਪਾਂ ਕਹਿ ਦਈਏ ਕਿ ਨਹੀਂ ਜੀ ਪੰਜਾਬੀ ਸਾਰੀ ਜਗ੍ਹਾ 'ਤੇ ਬੈਠੇ ਆ ਅਤੇ ਇਹ ਤਾਂ ਫਿਰ ਹੋ ਹੀ ਰਿਹਾ। ਨਹੀਂ, ਪੰਜਾਬੀ ਦੀ ਗੱਲ ਅਲੱਗ ਹੈ, ਸਿੱਖਾਂ ਦੀ ਗੱਲ ਅਲੱਗ ਹੈ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਡਿਬੇਟ ਦਾ ਟੌਪਿਕ ਹੈ ਕਿ ਕਿਸ ਤਰ੍ਹਾਂ ਅਲੱਗ ਹੈ। ਜ਼ਰੂਰੀ ਨਹੀਂ ਕਿ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਉਹ ਸਿੱਖੀ ਦੀ ਗੱਲ ਕਰਨਗੇ ਜਾਂ ਉਹ ਸਿੱਖੀ ਨੂੰ ਸਿੱਖ ਰਵਾਇਤਾਂ ਦੇ ਅਕੋਰਡਿੰਗ, ਜਿਸ ਤਰੀਕੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤਾ ਹੈ, ਜੋ ਸਾਡੇ ਸਿਧਾਂਤ ਉਚਾਰੇ ਗਏ ਨੇ, ਉਹਨਾਂ ਸਿਧਾਂਤਾਂ ਦੇ ਅਕੋਰਡਿੰਗ ਹੀ ਅੱਗੇ ਪਹੁੰਚਾਉਣਗੇ। ਹੁਣ ਸਿੱਖ ਤਾਂ ਉਹ ਵੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਦੋਂ ਉਹਨਾਂ ਨੇ ਲਾਵਾਂ ਲੈਣੀਆਂ ਅਤੇ ਉੱਥੇ ਉਹ ਬੈਠੇ ਔਰ ਉਹ ਇੱਕ ਦੂਸਰੇ ਨਾਲ ਕਿਉਂਕਿ ਸਾਡੇ ਗੁਰੂ ਘਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਇਹ ਚੀਜ਼ਾਂ ਅਲਾਊਡ ਨਹੀਂ ਨੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਗੁਰੂ ਦੇ ਸਾਹਮਣੇ ਬੈਠੇ ਹਾਂ ਅਸੀਂ ਤਾਂ ਕਿਸ ਤਰੀਕੇ ਨਾਲ ਸਾਡੀ ਮਰਿਆਦਾ ਹੋਣੀ ਚਾਹੀਦੀ ਹੈ। ਹੁਣ ਉਹ ਵੀ ਸਿੱਖ ਹੀ ਨੇ, ਪਰ ਆਪਾਂ ਉੱਥੇ ਕਿਆ ਸਿੱਖੀ ਦਾ ਪ੍ਰਚਾਰ ਕਰ ਪਾਏ? ਸੋ ਇਹ ਦੋ ਗੱਲਾਂ ਨੂੰ ਆਪਾਂ ਮਿਲਾ ਨਾ ਲਈਏ। ਜੇਕਰ 6000 ਬੰਦਾ, ਮੈਂ ਸਿਰਫ ਯੂਕੇ ਦੀ ਗੱਲ ਕਰ ਰਹੀ ਹਾਂ, ਤਾਂ ਸਿੱਖੀ ਦਾ ਜੇ 6000 ਫੈਮਿਲੀ ਜਿਹੜੀ ਹੈ ਉਹ ਸਿੱਖੀ ਨੂੰ ਪੂਰੀ ਤਰ੍ਹਾਂ ਨਾਲ ਵਚਨਬੱਧਤਾ ਦੇ ਨਾਲ, ਸਿੱਖੀ ਨਾਲ, ਗੁਰੂ ਨਾਲ, ਕਿਉਂਕਿ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ, ਤੁਸੀਂ ਮੈਨੂੰ ਜਵਾਬ ਦੇ ਨਹੀਂ, ਅਸੀਂ ਸਾਰੇ ਜਵਾਬ ਦੇ ਹਾਂ ਗੁਰੂ ਨੂੰ, ਔਰ ਜਵਾਬ ਸਾਨੂੰ ਦੇਣੇ ਪੈਣੇ ਆ। ਇੱਥੋਂ ਅਸੀਂ ਭੱਜ ਨਹੀਂ ਸਕਦੇ ਕਿਉਂਕਿ ਜਿਹੜੀ ਸਿੱਖੀ ਦੀ ਜੜ੍ਹ ਹੈ ਨਾ ਉਹ ਗੁਰੂ ਮਹਾਰਾਜ ਦੇ ਬੱਚਿਆਂ ਦੇ ਸਿਰ 'ਤੇ ਸਿਰਜੀ ਹੋਈ ਹੈ। ਜੇ ਅਸੀਂ ਅੱਜ ਗੁਰੂ ਨੂੰ ਅਸੀਂ ਇਹ ਸੋਚਦੇ ਹਾਂ ਕਿ ਚਲੋ ਉਹ ਕਿਹੜਾ ਸਾਨੂੰ ਦੇਖਦਾ, ਜਾਂ ਅਸੀਂ ਆਪ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਾਦ ਰੱਖੀਏ ਕਿ ਜਵਾਬ ਸਾਨੂੰ ਦੇਣਾ ਪੈਣਾ। ਜੇਕਰ ਅਸੀਂ ਉਹ ਸਾਰੇ ਪਰਿਵਾਰ ਵਚਨਬੱਧਤਾ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨ ਦੇ ਵਾਸਤੇ ਅੱਗੇ ਆ ਜਾਂਦੇ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਕ੍ਰਾਂਤੀ ਆ ਜਾਣੀ ਸੀ। ਖੈਰ, ਹੁਣ ਆਪਾਂ ਇਹ ਦੇਖਦੇ ਹਾਂ ਕਿ ਕਾਰਨ ਕੀ ਆ, ਕਿੱਥੇ ਪ੍ਰੋਬਲਮ ਹੈ। ਕਿਆ ਉਹ ਜਿਹੜੇ ਸਾਡੇ ਮੋਹਤਬਾਰ ਨੇ, ਕਿਆ ਉਹ ਸੀਰੀਅਸ ਨਹੀਂ ਹੈ? ਐਸੀ ਗੱਲ ਤਾਂ ਨਹੀਂ ਆ, ਕਿਉਂਕਿ ਅਗਰ ਉਹ ਸੀਰੀਅਸ ਨਾ ਹੁੰਦੇ ਤਾਂ ਫਿਰ ਉਹ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਲੈਂਦੇ ਕਿਉਂ? ਬਕਾਇਦਾ ਉਹਨਾਂ ਨੇ ਪ੍ਰਬੰਧਾਂ ਨੂੰ ਆਪਣੇ ਹੱਥ ਵਿੱਚ ਲਿਆ। ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਆਪ ਮੁਹਾਰੇ ਅੱਗੇ ਉਹ ਆਏ ਨੇ ਕਿ ਅਸੀਂ ਸੇਵਾ ਕਰਾਂਗੇ, ਔਰ ਉਹ ਸੇਵਾ ਭਾਵ ਨਾਲ ਹੀ ਸੇਵਾ ਕਰਦੇ ਨੇ। ਸਾਡੇ 'ਚ ਪ੍ਰੋਬਲਮ ਕਿੱਥੇ ਆ ਗਈ ਆ, ਮੇਰੇ 'ਚ ਪ੍ਰੋਬਲਮ ਕਿੱਥੇ, ਆਪਾਂ ਇਹ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਵੀ ਸਾਨੂੰ ਮਿਲੂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੋਂ ਹੀ। ਗੁਰੂ ਦੇ ਜਿਹੜੇ ਉਹਨਾਂ ਨੇ ਸਾਨੂੰ, ਗੁਰੂਆਂ ਨੇ ਸਾਨੂੰ ਰਹਿਤ ਦਿੱਤੀ ਹੈ, ਉਹਦੇ ਵਿੱਚੋਂ ਹੀ ਸਾਡੇ ਕੋਲ ਆਨਸਰ ਆਊਗਾ। ਹੁਣ ਇਹਦੇ ਵਾਸਤੇ ਮੈਨੂੰ ਇੱਕ ਜਦੋਂ ਆਪਾਂ ਦੇਖਾਂਗੇ ਕਿ ਗੁਰੂ ਘਰ ਦੇ ਪ੍ਰਬੰਧਕ ਜਾਂ ਗੁਰੂ ਘਰ ਦੇ ਪ੍ਰਚਾਰਕ, ਇਹਨਾਂ ਦੇ ਗੁਣ ਕਿੱਦਾਂ ਦੇ ਹੋਣ, ਤਾਂ ਸਾਨੂੰ ਬਕਾਇਦਾ ਆਪਣੀ ਹਿਸਟਰੀ ਵਿੱਚ ਹੀ ਜਾਣਾ ਪਊਗਾ। ਸਾਨੂੰ ਆਪਣੀ ਹਿਸਟਰੀ ਕੋਲੋਂ ਹੀ ਪੁੱਛਣਾ ਪਊਗਾ, ਕਿਉਂਕਿ ਜੇ ਅਸੀਂ ਅੱਜ ਆਪਣਾ ਸ਼ੀਸ਼ਾ ਵੇਖਣਾ ਤਾਂ ਸਾਨੂੰ ਸ਼ੀਸ਼ਾ ਸਾਡਾ ਇਤਿਹਾਸ ਹੀ ਦਿਖਾ ਸਕਦਾ। ਹੁਣ ਆਪਾਂ ਇਹ ਦੇਖਦੇ ਹਾਂ, ਮੈਨੂੰ ਇੱਕ ਯਾਦ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਲ ਜੁੜੀ ਹੋਈ ਇੱਕ ਸਾਖੀ ਹੈ ਕਿ ਉਹਨਾਂ ਕੋਲੇ ਕੋਈ ਸਿੰਘ ਪੁੱਛਦਾ ਹੈ ਕਿ ਜਿਹੜੇ ਦੋ ਪ੍ਰਚਾਰਕ ਨੇ, ਉਹਨਾਂ ਦੀ ਭਾਈ ਨਵਲ ਤੇ ਭਾਈ ਨਿਹਾਲਾ ਜੀ ਜਿਹੜੇ ਨੇ, ਉਹ ਕਹਿੰਦੇ ਨੇ ਵੀ ਇਹਨਾਂ ਦੀ ਇਹ ਜਦੋਂ ਦੋਵੇਂ ਪ੍ਰਚਾਰ ਕਰਦੇ ਨੇ ਤਾਂ ਬਕਾਇਦਾ ਸਿੱਖਾਂ ਦੇ ਦਿਲ ਨੂੰ ਲੱਗਦੀ ਹੈ ਗੱਲ, ਤੇ ਜਦੋਂ ਅਸੀਂ ਬੋਲਦੇ ਹਾਂ ਉਦੋਂ ਦਿਲ ਨੂੰ ਲੱਗਦੀ ਕਿਉਂ ਨਹੀਂ, ਕੀ ਗੱਲ ਹੈ? ਤਾਂ ਗੁਰੂ ਪਾਤਸ਼ਾਹ ਉਹਨਾਂ ਨੂੰ ਜਵਾਬ ਦਿੰਦੇ ਨੇ ਕਿਉਂਕਿ ਉਹ ਹੀਰੇ ਮਾਤਰ ਨੇ, ਉਹ ਹੀਰੇ ਵਾਂਗ ਨੇ। ਹੀਰੇ ਵਾਂਗ ਹੋਣ ਦਾ ਮਤਲਬ ਕੀ ਕਿ ਹੀਰਾ ਆਪਣਾ ਰੰਗ ਦਿੰਦਾ ਹੁੰਦਾ, ਕਿਸੇ ਦਾ ਰੰਗ ਲੈਂਦਾ ਨਹੀਂ ਹੁੰਦਾ। ਇਸ ਦਾ ਮਤਲਬ ਕੀ ਹੈ? ਇਸ ਮਤਲਬ ਨੂੰ ਆਪਾਂ ਧਿਆਨ ਨਾਲ ਸਮਝੀਏ ਤਾਂ ਇਹਦਾ ਮਤਲਬ ਇਹ ਹੈ ਕਿ ਹੀਰੇ ਦੇ ਵਿੱਚ ਕਿਸੇ ਦੀ ਰਿਫਲੈਕਸ਼ਨ ਤਾਂ ਪੈ ਸਕਦੀ ਹੈ, ਪਰ ਉਹ ਆਪਣਾ ਰੰਗ ਨਹੀਂ ਉਹਦਾ ਰੰਗ ਨਹੀਂ ਚੜ੍ਹ ਸਕਦਾ। ਹੀਰੇ ਦਾ ਰੰਗ, ਕਿਉਂਕਿ ਜਦੋਂ ਹੀਰਾ ਚਮਕਦਾ ਹੈ ਨਾ ਤਾਂ ਉਹਦੇ ਵਿੱਚੋਂ ਜੋ ਲਾਈਟ ਨਿਕਲਦੀ ਆ ਉਹ ਰੰਗ ਅਗਲੇ ਤੇ ਪੈਂਦਾ। ਜਿਹੜਾ ਕੱਚ ਹੈ, ਕੱਚ ਬਕਾਇਦਾ ਸਾਰੇ ਰੰਗ ਜਿਹੜੇ ਆ ਉਹ ਆਪਣੇ 'ਚ ਜਜ਼ਬ ਕਰ ਲੈਂਦਾ। ਕੱਚ ਦਾ ਜਿਹੜਾ ਉਹੀ ਰਿਫਲੈਕਸ਼ਨ ਦਿੰਦਾ, ਉਹੀ ਉਹ ਰੰਗਾਂ ਨੂੰ ਜਜ਼ਬ ਕਰਦਾ। ਤੋ ਜਿਹੜੇ ਪ੍ਰਚਾਰਕ ਹੀਰੇ ਵਾਂਗ ਹੋਣੇ ਚਾਹੀਦੇ ਆ। ਮਤਲਬ ਇਹ ਕਿ ਉਹ ਜਦੋਂ ਵਾਰਤਾਲਾਪ ਕਰਨ ਕਿਸੇ ਨਾਲ ਤਾਂ ਅਗਲੇ ਦੀ ਗੱਲ ਨੂੰ ਸੁਣਨ ਤਾਂ ਜ਼ਰੂਰ, ਉਹਦੀ ਗੱਲ ਨੂੰ ਸਮਝਣ ਤਾਂ ਜ਼ਰੂਰ, ਪਰ ਉਹਦਾ ਰੰਗ ਉਹਨਾਂ ਉੱਤੇ ਨਾ ਚੜ੍ਹ ਜੇ, ਕਿ ਇਹ ਨਾ ਹੋਵੇ ਕਿ ਉਹਨਾਂ ਨੂੰ ਲੱਗੇ ਕਿ ਫਲਾਣਾ ਬੰਦਾ ਜਿਸ ਤਰੀਕੇ ਨਾਲ ਸਾਡੇ ਨਾਲ ਅੱਜ ਹੋ ਰਿਹਾ, ਕਿ ਉਹ ਕਹਿ ਰਿਹਾ ਸ਼ਾਇਦ ਉਹ ਕੁਝ ਠੀਕ ਕਹਿ ਰਿਹਾ,
ਆਪਾਂ ਨੂੰ ਇੱਕ ਦੂਜੇ ਨਾਲ ਡਾਇਲੋਗ ਦੇ ਵਿੱਚ ਆਉਣਾ ਜ਼ਰੂਰੀ ਹੈ, ਪਰ ਸਿਰਫ ਇਸ ਕਰਕੇ ਕਿ ਕੋਈ ਕਿਸੇ ਜਗ੍ਹਾ ਦੇ ਉੱਤੇ ਬੈਠਾ ਹੋਇਆ ਔਰ ਇਸ ਕਰਕੇ ਕੋਈ ਕੁਝ ਬੋਲ ਰਿਹਾ ਹੈ, ਆਪਾਂ ਉਹਦੀ ਗੱਲ ਦੇ ਵਿੱਚ ਹਾਂ 'ਚ ਹਾਂ ਮਿਲਾਈ ਜਾਈਏ, ਇਹ ਸੋਚ ਕੇ ਕਿ ਸ਼ਾਇਦ ਮੈਨੂੰ ਕੱਲ੍ਹ ਨੂੰ ਕੰਮ ਆ ਜਾਊਗਾ। ਸ਼ਾਇਦ ਅਗਰ ਮੈਂ ਅੱਜ ਇਹਨੂੰ ਸਵਾਲ ਪੁੱਛਿਆ, ਫਲਾਣਾ ਬੰਦਾ ਬਹੁਤ ਵੱਡੀ ਕਮੇਟੀ ਦੇ ਉੱਤੇ ਬਹੁਤ ਵੱਡੇ ਅਹੁਦੇ ਦੇ ਉੱਤੇ ਬੈਠਾ ਹੈ, ਜੇ ਮੈਨੂੰ ਅੱਜ ਸਵਾਲ ਪੁੱਛ ਲਿਆ ਤਾਂ ਇਹ ਨਾ ਹੋਵੇ ਮੇਰੇ ਨਾਲ ਗੁੱਸੇ ਹੀ ਹੋ ਜੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਡਰ 'ਚੋਂ ਨਿਕਲ ਕੇ ਆਉਂਦੀਆਂ ਨੇ, ਔਰ ਗੁਰੂ ਮਹਾਰਾਜ ਸਾਨੂੰ ਨਿਰਵੈਰ ਨਿਰਭਉ ਹੋਣ ਦਾ ਜਿਹੜਾ ਫਲਸਫਾ ਦਿੰਦੇ ਨੇ। ਅਗਲੀ ਗੱਲ ਜਿਹੜੀ ਹੀਰੇ ਦੀ ਇੱਕ ਖਾਸੀਅਤ ਹੈ ਉਹ ਇਹ ਹੈ ਕਿ ਉਹ ਟਕਰਾ ਕੇ ਟੁੱਟਦਾ ਕਦੇ ਨਹੀਂ। ਉਹਨੂੰ ਕੱਟਿਆ ਤਾਂ ਜਾ ਸਕਦਾ ਪਰ ਉਹ ਟੁੱਟਦਾ ਕਦੇ ਨਹੀਂ। ਹੁਣ ਜਦੋਂ ਵੀ ਕੋਈ ਵਿਚਾਰਧਾਰਕ ਸਾਂਝ ਹੋਊਗੀ, ਕਿਉਂਕਿ ਜਿਹੜਾ ਗੁਰਸਿੱਖ ਹੈ ਉਹਨੂੰ ਜੇਕਰ ਉਹਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਹੈ ਔਰ ਜੇਕਰ ਉਹਨੂੰ ਆਪਣੇ ਗੁਰੂ ਦੇ ਫਲਸਫੇ 'ਤੇ ਵਿਸ਼ਵਾਸ ਹੈ, ਤਾਂ ਉਹ ਕਿਸੇ ਵੀ ਵਿਚਾਰਧਾਰਾ ਦੇ ਨਾਲ ਡਾਇਲੋਗ ਵਿੱਚ ਆਊਗਾ ਪਰ ਉਹ ਟੁੱਟੂਗਾ ਕਦੇ ਨਹੀਂ। ਹੁਣ ਸਾਡੇ 'ਚ ਕੀ ਪ੍ਰੋਬਲਮ ਹੈ ਕਿ ਅਸੀਂ ਇੰਨੇ ਜ਼ਿਆਦਾ ਹਰ ਇੱਕ ਪਾਸਿਓਂ ਸਾਡੇ 'ਤੇ ਇਸ ਤਰੀਕੇ ਨਾਲ, ਮੈਂ ਇਹ ਨਹੀਂ ਕਹੂੰਗੀ ਕਿ ਅਟੈਕ, ਪਰ ਮੈਂ ਕਹੂੰਗੀ ਇੰਨੀਆਂ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਕੋਈ ਕਹਿ ਰਿਹਾ ਕਿ ਸਿੱਖ ਹਿਸਟਰੀ ਇਹ ਹੈ, ਕੋਈ ਕਹਿ ਰਿਹਾ ਸਿੱਖ ਹਿਸਟਰੀ ਇਹ ਹੈ, ਕੋਈ ਕਹਿ ਰਿਹਾ ਸਿੱਖਾਂ ਦੀ ਆਈਡੈਂਟੀਟੀ ਇਹ ਹੈ, ਕੋਈ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਦੱਸ ਰਿਹਾ। ਔਰ ਉਹਦੇ ਵਿੱਚ ਜਿਹੜੇ ਪ੍ਰਚਾਰਕ ਨੇ, ਕਿਉਂਕਿ ਪ੍ਰਚਾਰਕਾਂ ਦੇ ਵਿੱਚ ਜਿਹੜੇ ਕਈ ਕੱਚੇ ਪਿੱਲੇ ਮੇਰੇ ਵਰਗੇ ਵੀ ਆ ਜਾਂਦੇ, ਜਿਨ੍ਹਾਂ ਨੇ ਕਿਤੋਂ ਸਿੱਖਿਆ ਕੁਛ ਨਹੀਂ, ਬਸ ਉਹ ਆਪਣਾ ਦਿਮਾਗ ਬੋਲਦੇ ਰਹਿੰਦੇ ਨੇ, ਤਾਂ ਉਹ ਅਸੀਂ ਜਿਹੜੇ ਲੋਕ ਆ ਨਾ, ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਉਹਦੀ ਗੱਲ ਸਹੀ ਤਾਂ ਨਹੀਂ, ਅਸੀਂ ਕੱਚ ਵਾਂਗ ਹੋ ਜਾਂਦੇ ਹਾਂ, ਅਸੀਂ ਟੁੱਟਣਾ ਸ਼ੁਰੂ ਕਰ ਦਿੰਦੇ ਹਾਂ। ਪ੍ਰਚਾਰਕ ਕੱਚ ਵਾਂਗ ਨਹੀਂ ਹੋ ਸਕਦਾ, ਪ੍ਰਚਾਰਕ ਹੀਰੇ ਮਾਤਰ ਰਹੂਗਾ। ਔਰ ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ ਧਰਮਸ਼ਾਲੀਆਂ ਦੀ, ਜਿਹੜੇ ਪ੍ਰਬੰਧਕ ਨੇ, ਕਿਉਂਕਿ ਪਹਿਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਉੱਥੇ ਧਰਮਸ਼ਾਲਾ ਇੱਕ ਇਸਟੈਬਲਿਸ਼ ਕਰਦੇ ਨੇ, ਔਰ ਧਰਮਸ਼ਾਲਾ ਦੇ ਵਿੱਚ ਇੱਕ ਧਰਮਸ਼ਾਲੀਆ ਵੀ ਹੋਊਗਾ। ਅੱਜ ਉਸੇ ਧਰਮਸ਼ਾਲਾ ਦਾ ਨਾਮ ਜਿਹੜਾ ਹੈ ਉਹ ਗੁਰਦੁਆਰਾ ਹੈ, ਕਿਉਂਕਿ ਉਹਦੇ ਨਾਲ ਬਹੁਤ ਬੜੇ ਸਾਰੇ ਪ੍ਰਬੰਧ ਹੋਰ ਜੁੜਦੇ ਗਏ ਤੇ ਉਹ ਗੁਰਦੁਆਰਾ ਹੋ ਗਿਆ। ਹੁਣ ਗੁਰਦੁਆਰੇ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਉਹੀ ਧਰਮਸ਼ਾਲੀਆਂ ਦਾ ਹੀ ਕੰਮ ਕਰਨਗੇ, ਪਰ ਕਿਆ ਉਹ ਉਹਨਾਂ ਧਰਮਸ਼ਾਲੀਆਂ ਦਾ ਕੰਮ ਕਰ ਸਕਦੇ ਆ? ਤਾਂ ਉਹਦੇ ਵਾਸਤੇ, ਔਰ ਅਗਰ ਨਹੀਂ ਕਰ ਸਕਦੇ ਤਾਂ ਕਿਉਂ ਨਹੀਂ ਕਰ ਸਕਦੇ, ਸਾਨੂੰ ਬਕਾਇਦਾ ਰਹਿਤਨਾਮਿਆਂ ਵਿੱਚ ਜਾਣਾ ਪਊਗਾ, ਜਿੱਥੇ ਧਰਮਸ਼ਾਲੀਏ ਦਾ ਕਿਰਦਾਰ ਕੀ ਹੋਏ ਇਹ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ ਧਰਮਸ਼ਾਲੀਏ ਦਾ ਕਿਰਦਾਰ ਇੱਦਾਂ ਦਾ ਹੋਣਾ ਚਾਹੀਦਾ। ਭਾਈ ਚੋਪਾ ਸਿੰਘ ਜੀ ਜਿਹੜੇ ਨੇ ਉਹ ਲਿਖਦੇ ਨੇ ਕਿ ਗੁਰੂ ਦਾ ਸਿੱਖ ਜੋ ਧਰਮਸ਼ਾਲੀਆ ਹੋਵੇ ਸੋ ਕੈਸਾ ਹੋਵੇ। ਉਹਨਾਂ ਨੇ ਕੁਝ ਕੁ ਗੱਲਾਂ ਲਿਖੀਆਂ, ਮੈਂ ਬਹੁਤ ਉਹਨਾਂ ਦੀ ਲੰਬੀ ਇੱਕ ਲਿਸਟ ਹੈ, ਪਰ ਮੈਂ ਉਹਨਾਂ ਵਿੱਚੋਂ ਕੁਝ ਇੰਪੋਰਟੈਂਟ ਪੁਆਇੰਟਸ ਜਿਹੜੇ ਉਹ ਚੁੱਕ ਲੈਂਦੀ ਹਾਂ। ਇੱਕ, ਨਿਰਲੋਭੀ, ਉਹਨੂੰ ਕੋਈ ਲੋਭ ਨਾ ਹੋਵੇ। ਹੁਣ ਆਪਾਂ ਵੇਖੀਏ, ਖਾਸ ਤੌਰ 'ਤੇ ਜਿਹੜੇ ਮੇਰੇ ਬਜ਼ੁਰਗ ਜਿਹੜੇ ਆਪਾਂ ਗੁਰੂ ਘਰਾਂ ਦੇ ਪ੍ਰਬੰਧ ਸੰਭਾਲ ਰਹੇ ਹਾਂ, ਜਾਂ ਮੇਰੇ ਭਰਾ ਵੀ ਨੇ, ਕਿਉਂਕਿ ਅੱਜ ਕੱਲ੍ਹ ਤਾਂ ਬੜੀ ਯੰਗ ਜਨਰੇਸ਼ਨ ਵੀ ਆ ਰਹੀ ਹੈ, ਆਪਾਂ ਇਹ ਵੇਖੀਏ ਕਿ ਸਾਨੂੰ ਕਿਤੇ ਕੋਈ ਲੋਭ ਤਾਂ ਨਹੀਂ। ਹੁਣ ਲੋਭ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਦਾ ਹੀ ਹੋਵੇ, ਲੋਭ ਮੈਂ ਦਾ ਵੀ ਹੁੰਦਾ, ਲੋਭ ਬੱਲੇ ਦਾ ਵੀ ਹੁੰਦਾ। ਇਸ ਗੱਲ ਦਾ ਵੀ ਬੜਾ ਲੋਭ ਹੁੰਦਾ ਕਿ ਗੁਰਦੁਆਰੇ ਦੇ ਨਾਲ ਅਟੈਚਡ ਇੱਕ ਪਾਵਰ ਹੈ ਜਿਹੜੀ ਗੁਰੂ ਘਰ ਦੇ ਪ੍ਰਬੰਧਕ ਦੇ ਕੋਲ ਆਉਂਦੀ ਹੈ, ਕਿਤੇ ਸਾਨੂੰ ਉਸ ਪਾਵਰ ਦਾ ਲੋਭ ਤਾਂ ਨਹੀਂ। ਅਗਰ ਉਸ ਪਾਵਰ ਦਾ ਲੋਭ ਹੈ ਤਾਂ ਅਸੀਂ ਧਰਮਸ਼ਾਲੀਏ ਹੋਣ ਤੋਂ ਦੇ ਲਈ ਕਾਬਲ ਹੀ ਨਹੀਂ ਹਾਂ, ਸਾਡੀ ਜਿਹੜੀ ਫਸਟ ਐਲੀਜੀਬਿਲਿਟੀ ਹੈ ਉਹੀ ਕੰਪਲੀਟ ਨਹੀਂ ਹੁੰਦੀ। ਸੋ ਉਹ ਨਿਰਲੋਭੀ ਹੋਣਾ ਚਾਹੀਦਾ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਲੋਭ ਨਹੀਂ ਹੋਣਾ ਚਾਹੀਦਾ। ਦੂਜੀ ਗੱਲ, ਨਿਰਮਾਣੀ, ਨਿਰਮਤਾ, ਜਿਹੜੀ ਉਹਦੇ 'ਚ ਨਰਮ ਸੁਭਾਅ ਹੋਣਾ ਚਾਹੀਦਾ, ਉਹਦਾ ਜਤੀ ਹੋਣਾ ਚਾਹੀਦਾ, ਸਤੀ ਹੋਣਾ ਚਾਹੀਦਾ, ਪਰ ਸਵਾਰਥੀ, ਕਿਸੇ ਦਾ ਉਹਨੂੰ ਕਿਸੇ ਲਈ ਕਿਸੇ ਤੋਂ ਕੋਈ ਸਵਾਰਥ ਨਹੀਂ ਹੋਣਾ ਚਾਹੀਦਾ, ਧੀਰਜੀ ਹੋਣਾ ਚਾਹੀਦਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਆਪਾਂ ਇਹ ਦੇਖੀਏ ਕਿ ਕਿਆ ਅਸੀਂ ਧੀਰਜ ਸਾਡੇ ਵਿੱਚ ਹੈ? ਕਿਆ ਜਦੋਂ ਅਸੀਂ ਗੁਰੂ ਘਰ ਦਾ ਪ੍ਰਬੰਧ ਦੇਖਣਾ, ਜਦੋਂ ਅਸੀਂ ਗੁਰੂ ਘਰ ਦੇ ਪ੍ਰਬੰਧਕ ਹੋਣਾ, ਤਾਂ ਸਾਡੇ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਉਣਾ, ਬੜੇ ਭਾਂਤ ਦੇ ਲੋਕਾਂ ਨੇ ਆਉਣਾ, ਸਾਨੂੰ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਾ ਪੈ ਸਕਦਾ। ਹੋ ਸਕਦਾ ਉਹ ਸਾਡੇ ਤੋਂ ਬਿਲਕੁਲ ਉਲਟ ਹੋਣ, ਪਰ ਫਿਰ ਵੀ ਕਿਆ ਅਸੀਂ ਆਪਣਾ ਧੀਰਜ ਕਿਤੇ ਨਾ ਕਿਤੇ ਖੋ ਦਿੰਦੇ ਹਾਂ? ਕਿਉਂਕਿ ਇਹ ਮੈਂ ਅਕਸਰ ਵੇਖਿਆ, ਜਿਵੇਂ ਸਾਡੀ ਪੋਜੀਸ਼ਨ ਵੱਧਦੀ ਜਾਂਦੀ ਹੈ ਨਾ, ਸਾਡੇ ਵਿੱਚ ਕੋਈ ਇੱਕ ਗੱਲ ਹੈ ਜਿਹੜੀ ਆਉਂਦੀ ਜਾਂਦੀ ਹੈ ਕਿ ਮੈਨੂੰ ਤੇਰੀ ਪਰਵਾਹ ਨਹੀਂ। ਜਿਹੜਾ ਗੁਰਦੁਆਰੇ ਦਾ ਪ੍ਰਬੰਧਕ ਹੋਊਗਾ, ਜੋ ਧਰਮਸ਼ਾਲੀਆ ਹੋਊਗਾ, ਉਹਦੇ ਵਿੱਚ ਧੀਰਜ ਇੱਕ ਬੜੀ ਇੰਪੋਰਟੈਂਟ ਜਿਹੜੀ ਕਰੈਕਟਰ ਸਕੈਚ ਹੈ ਉਹ ਦੱਸਿਆ ਗਿਆ। ਮੈਂ ਚਰਨਜੀਤ ਸਿੰਘ ਚੰਨੀ ਦਾ ਇੱਕ ਸੁਣਦੀ ਪਈ ਸੀਗੀ ਇੱਕ ਇੰਟਰਵਿਊ ਬਰਖਾ ਦੱਤ ਨਾਲ, ਤਾਂ ਉਹਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਉਹ ਉਹਨਾਂ ਨੂੰ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੂੰ ਕਦੀ ਗੁੱਸਾ ਆਉਂਦਾ, ਇਹਦਾ ਮਤਲਬ ਇਹ ਨਹੀਂ ਕਿ ਮੈਂ ਚੰਨੀ ਸਾਹਿਬ ਦੀ ਫੈਨ ਹਾਂ, ਬਿਲਕੁਲ ਨਹੀਂ, ਕਾਂਗਰਸ ਨੂੰ ਮੇਰਾ ਕੋਈ ਮਤਲਬ ਨਹੀਂ ਕਾਂਗਰਸ ਨਾਲ, ਪਰ
ਉਹ ਜਿਹੜੀ ਇੱਕ ਗੱਲ ਹੈ, ਮੈਂ ਸਿਰਫ ਇੱਕ ਉਹ ਸੈਂਟੈਂਸ ਦੁਹਰਾਉਣਾ ਚਾਹੁੰਦੀ ਹਾਂ। ਉਹ ਕਹਿੰਦੇ ਨਹੀਂ ਜੀ ਮੈਨੂੰ ਗੁੱਸਾ ਨਹੀਂ ਆਉਂਦਾ। ਉਹ ਕਹਿੰਦੇ ਕਿਉਂ ਗੁੱਸਾ ਨਹੀਂ ਆਉਂਦਾ? ਉਹ ਕਹਿੰਦੇ ਕਿਉਂਕਿ ਮੈਂ ਗਰੀਬ ਘਰ ਤੋਂ ਵੱਡਾ ਹੋਇਆ। ਸੱਚ ਕੀ ਹੈ ਝੂਠ ਕੀ ਹੈ ਚੰਨੀ ਸਾਹਿਬ ਜਾਣਨ, ਪਰ ਜੋ ਉਹਨਾਂ ਨੇ ਗੱਲ ਬੋਲੀ ਹੈ, ਜੋ ਉਹਨਾਂ ਦੇ ਅਲਫਾਜ਼ ਨੇ, ਮੈਂ ਸਿਰਫ ਉਹ ਅਲਫਾਜ਼ ਦੁਹਰਾ ਰਹੀ ਹਾਂ। ਕਹਿੰਦੇ ਕਿ ਇਹ ਜਿਹੜਾ ਗੁੱਸਾ ਹੈ ਨਾ, ਇਹ ਵੱਡੇ ਲੋਕਾਂ ਦੇ ਚੋਚਲੇ ਹੁੰਦੇ ਆ ਕਿ ਤੂੰ ਮੈਂ ਤੈਨੂੰ ਨਹੀਂ ਬੁਲਾਉਂਦਾ, ਤੂੰ ਮੇਰੇ ਕਮਰੇ 'ਚ ਨਾ ਆਈ, ਮੇਰੇ ਕਮਰੇ 'ਚੋਂ ਦਫਾ ਹੋ ਜਾ, ਮੇਰੇ ਘਰ 'ਚੋਂ ਦਫਾ ਹੋ ਜਾ। ਇਹ ਸਾਰੇ ਵੱਡੇ ਲੋਕਾਂ ਦੇ ਚੋਚਲੇ ਹੈ। ਸਾਡੇ ਜਿਹੜੇ ਅਸੀਂ ਗਰੀਬ ਲੋਕ ਹੁੰਦੇ ਹਾਂ, ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਗਿਆ ਹੁੰਦਾ ਕਿਉਂਕਿ ਉਹਨਾਂ ਕੀ ਕਮਰਾ, ਉਹਦੇ ਵਿੱਚ ਹੀ ਸਾਰੇ ਟੱਬਰ ਨੇ ਰਹਿਣਾ, ਗੁੱਸੇ ਹੋ ਵੀ ਜਾਓਗੇ ਤੇ ਕਿੱਥੇ ਜਾਓਗੇ। ਸੋ ਧੀਰਜ ਦੀ ਗੱਲ ਹੈ। ਇੱਥੇ ਵੀ ਇਹੀ ਗੱਲ ਹੈ। ਜਦੋਂ ਅਸੀਂ ਧਰਮਸਾਲੀਏ ਦੀ ਗੱਲ ਕਰਦੇ ਹਾਂ ਨਾ, ਤਾਂ ਹੁਣ ਉਸ ਧਰਮਸਾਲੀਏ ਦੇ ਕੋਲ ਜਿਸ ਤਰ੍ਹਾਂ ਦੀ ਸੰਗਤ ਆ ਰਹੀ ਹੈ, ਹੋ ਸਕਦਾ ਤੁਹਾਨੂੰ ਪਸੰਦ ਨਾ ਵੀ ਕਰਦੀ ਹੋਵੇ। ਔਰ ਮੈਜੋਰਿਟੀ ਸਾਡੇ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ, ਜੋ ਅਸੀਂ ਆਪਣਾ ਮਖੌਲ ਖੁਦ ਬਣਾ ਲਿਆ, ਉਹ ਪਾਵਰ ਦੇ ਗਰੀਡ ਕਰਕੇ ਹੁੰਦੀਆਂ। ਕਿਉਂਕਿ ਸਾਨੂੰ ਪਤਾ ਕਿ ਗੁਰਦੁਆਰੇ ਦੇ ਨਾਲ ਅਟੈਚਡ ਹੈ ਇੱਕ ਪੋਜੀਸ਼ਨ, ਔਰ ਉਸ ਪੋਜੀਸ਼ਨ ਦੇ ਨਾਲ ਅਟੈਚਡ ਹੈ ਪਾਵਰ ਦੇ ਨਾਲ ਅਟੈਚਡ ਹੈ ਹੋਰ ਕਈ ਚੀਜ਼ਾਂ, ਜਿਹਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਇੱਕ ਸਟੇਟਸ ਦੀ ਗੱਲ ਵੀ ਆ ਜਾਂਦੀ ਹੈ, ਔਰ ਹੋਰ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਆ ਉਹ ਆ ਜਾਂਦੇ ਆ। ਉਸ ਪਾਵਰ ਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਬਕਾਇਦਾ ਇੱਕ ਦੂਸਰੇ ਨਾਲ ਲੜਦੇ ਵੀ ਹਾਂ। ਸੋ ਸਾਡਾ ਧੀਰਜ, ਸਾਡਾ ਜਿਹੜਾ ਸੰਯਮ ਹੈ, ਉਹ ਅਸੀਂ ਕਿਤੇ ਨਾ ਕਿਤੇ ਖੋ ਦਿੰਦੇ ਹਾਂ। ਸਾਡੇ 'ਚ ਕੋਈ ਵੀ ਜਿਹੜਾ ਇੱਕ ਨਿਰਮਲ ਸੁਭਾਅ ਦੀ ਗੱਲ ਹੈ, ਉਹ ਸਾਡੇ 'ਚ ਰਹਿੰਦਾ ਹੀ ਨਹੀਂ। ਜਦੋਂ ਸਾਡੀਆਂ ਮੁੱਖ ਜਿਹੜੀਆਂ ਐਲੀਜੀਬਿਲਿਟੀ ਕ੍ਰਾਈਟੀਰੀਆਜ਼ ਨੇ, ਉਹੀ ਅਸੀਂ ਪੂਰੇ ਨਹੀਂ ਕਰਦੇ, ਔਰ ਉਹਨਾਂ ਤੋਂ ਬਿਨਾਂ ਅਸੀਂ ਗੁਰੂ ਘਰ ਦੇ ਪ੍ਰਬੰਧਕ ਬਣ ਜਾਂਦੇ ਹਾਂ, ਤਾਂ ਫਿਰ ਆਪਾਂ ਇਹ ਸੋਚੀਏ ਕਿ ਉਸ ਪ੍ਰਬੰਧ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਪ੍ਰਚਾਰ ਹੈ, ਉਹਦਾ ਅਸਰ ਕੀ ਹੋਊਗਾ। ਕਿਉਂਕਿ ਇੱਕ ਗੱਲ ਆਪਾਂ ਯਾਦ ਰੱਖੀਏ ਕਿ ਜਿਹੜਾ ਅਸਰ ਹੈ ਉਹ ਸਿਰਫ ਸੱਚ ਦਾ ਹੁੰਦਾ, ਝੂਠ ਦਾ ਕਦੀ ਅਸਰ ਨਹੀਂ ਹੁੰਦਾ, ਸਿਰਫ ਸੱਚ ਦਾ ਅਸਰ ਹੁੰਦਾ। ਕਿਉਂਕਿ ਸੱਚ ਹੀਰੇ ਵਾਂਗੂ ਹੁੰਦਾ, ਸੱਚ ਆਪਣੀ ਜਿਹੜੀ ਚਮਕ ਆ ਉਹ ਦੂਜਿਆਂ ਉੱਤੇ ਪਾਉਂਦਾ। ਤੇ ਜਦੋਂ ਸਾਡੇ ਆਪਣੇ ਕਿਰਦਾਰ ਦੇ ਵਿੱਚ 3600 ਐਬ ਨੇ, ਤਾਂ ਅਸੀਂ ਕਿਸੇ ਨੂੰ ਕੀ ਸੇਧ ਦੇਵਾਂਗੇ। ਇਹੀ ਕਾਰਨ ਹੈ ਕਿ ਅੱਜ ਸਾਡੇ ਗੁਰਦੁਆਰਿਆਂ ਦਾ ਜਦੋਂ ਨਾਮ ਆਉਂਦਾ ਹੈ ਨਾ, ਕੋਈ ਸਮਾਂ ਸੀ, ਇਹ ਮੇਰੇ ਦੇਖਦਿਆਂ ਹੀ ਹੋਇਆ, ਕੋਈ ਸਮਾਂ ਸੀ ਕਿ ਜਦੋਂ ਕੋਈ ਵੀ ਗੱਲ ਹੋਣੀ ਤਾਂ ਗੁਰਦੁਆਰਾ ਸਾਹਿਬ ਕਿਹਾ ਜਾਣਾ ਕਿ ਗੁਰਦੁਆਰਾ ਸਾਹਿਬ ਚਲ ਜਾਓ, ਉੱਥੇ ਮਨ ਨੂੰ ਸ਼ਾਂਤੀ ਮਿਲੂਗੀ। ਅੱਜ ਜਦੋਂ ਮੈਂ ਖਾਸ ਤੌਰ 'ਤੇ ਬੁੱਧੀਜੀਵੀ ਵਰਗ ਦੇ ਵਿੱਚ ਤਾਂ ਇਹ ਖਾਸ ਬਿਮਾਰੀ ਪਾਈ ਜਾ ਰਹੀ ਹੈ ਨਾ, ਕਿਉਂਕਿ ਜਦੋਂ ਉਹਨਾਂ ਦਾ ਗੁਰਦੁਆਰਿਆਂ ਦਾ ਨਾਮ ਲੈਂਦੇ ਆ ਤਾਂ ਉਹ ਸਾਰੇ ਹੱਸ ਪੈਂਦੇ ਆ। ਲੜਾਈ ਦੀ ਗੱਲ ਕਰਦੇ, ਕਹਿੰਦੇ ਚੱਲ ਲੜਨਾ, ਗੁਰਦੁਆਰੇ ਚਲ ਜਾਓ। ਉਹਨਾਂ ਨੇ ਗੁਰਦੁਆਰੇ ਨੂੰ ਮਜ਼ਾਕ ਵਾਲੀ ਜਗ੍ਹਾ ਬਣਾ ਕੇ ਰੱਖ ਦਿੱਤਾ, ਔਰ ਉਹਦੇ ਵਿੱਚ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿੰਨੇ ਕੁ ਉਹ ਬੁੱਧੀਜੀਵੀ ਜਿਹੜੇ ਨੇ ਉਹ ਕਲਪ੍ਰਿਟ ਨੇ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਗੁਰਦੁਆਰਾ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਨਹੀਂ ਹੈ। ਗੁਰਦੁਆਰਾ ਬਕਾਇਦਾ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਬਣਾਇਆ ਗਿਆ ਇੱਕ ਆਰਗੇਨਾਈਜੇਸ਼ਨ ਹੈ, ਔਰ ਉਹ ਕਿਸੇ ਬੰਦੇ ਨੇ ਨਹੀਂ ਬਣਾਈ, ਉਹ ਗੁਰੂ ਮਹਾਰਾਜ ਨੇ ਬਣਾਈ ਹੈ, ਆਪ ਬਣਾਈ ਹੈ। ਇਹ ਉਹਨਾਂ ਨੇ ਕਦੀ ਦੇਖਿਆ ਹੀ ਨਹੀਂ, ਉਹ ਸੋਚਦੇ ਹੀ ਨਹੀਂ। ਪਰ ਉਹਦੇ ਨਾਲ ਜਿਹੜੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਨੇ, ਉਹ ਵੀ ਬਕਾਇਦਾ ਜ਼ਿੰਮੇਦਾਰ ਨੇ। ਜਿਹੜੇ ਪ੍ਰਚਾਰਕ ਨੇ ਉਹ ਵੀ ਬਕਾਇਦਾ ਜ਼ਿੰਮੇਦਾਰ ਨੇ। ਜਿਸ ਗੁਰਦੁਆਰੇ ਦੇ ਪ੍ਰਬੰਧਕ ਨੂੰ ਖੁਦ ਨੂੰ ਗੁਰੂ ਇਤਿਹਾਸ, ਗੁਰੂ ਫਿਲਾਸਫੀ ਦਾ ਪਤਾ ਨਹੀਂ, ਉਹ ਆਪਣੇ ਪ੍ਰਚਾਰਕ ਨੂੰ ਕਿੱਦਾਂ ਉਹਨੂੰ ਸੇਧ ਦਊਗਾ। ਕਿਉਂਕਿ ਔਰ ਇਹ ਹੁੰਦਾ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਗੱਲ ਹੋ ਜਾਂਦੀ ਆ, ਫਿਰ ਉਸ ਤੋਂ ਬਾਅਦ ਕਮੇਟੀ ਨੂੰ ਬੁਲਾਇਆ ਜਾਂਦਾ, ਕਮੇਟੀ ਕਹਿੰਦੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ, ਪ੍ਰਚਾਰਕ ਜਿਹੜੇ ਨੇ ਜਾਂ ਭਾਈ ਸਾਹਿਬ ਇਹਨਾਂ ਨੇ ਕਰ ਦਿੱਤਾ, ਹੈ ਨਾ। ਉਹ ਕਿਉਂ ਹੋ ਗਿਆ? ਕਿਉਂਕਿ ਜਿਹੜੇ ਪ੍ਰਬੰਧਕ ਕਮੇਟੀ ਹੈ ਉਹਦੇ ਵਿੱਚੋਂ ਬਹੁਤੇ ਲੋਕਾਂ ਨੂੰ ਤਾਂ ਸਿੱਖੀ ਦੀ ABC ਵੀ ਨਹੀਂ ਆਉਂਦੀ। ਜੇ ਆਪਾਂ ਵਾਕਈ ਹੀ ਗੁਰਦੁਆਰਿਆਂ ਦਾ ਪ੍ਰਬੰਧ ਜਿਸ ਤਰੀਕੇ ਨਾਲ ਸਾਨੂੰ ਦਿੱਤਾ ਗਿਆ ਸੀ ਉਸ ਤਰੀਕੇ ਨਾਲ ਆਪਾਂ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਵੱਲ ਧਿਆਨ ਦੇਣਾ ਪਊਗਾ। ਸਾਨੂੰ ਆਪਣੀਆਂ ਪ੍ਰਬੰਧਕ ਕਮੇਟੀਆਂ ਨੂੰ ਚੁਣਨ ਲੱਗਿਆਂ ਬਕਾਇਦਾ ਉਹਨਾਂ ਦੀ ਐਲੀਜੀਬਿਲਿਟੀ ਵੇਖਣੀ ਪਊਗੀ ਕਿ ਕਿਆ ਉਹ ਐਲੀਜੀਬਲ ਹੈ। ਔਰ ਐਲੀਜੀਬਿਲਿਟੀ ਤੋਂ ਮਤਲਬ ਉਹਨਾਂ ਦੀ PhD ਨਹੀਂ ਹੈ, ਬੇਸ਼ੱਕ ਉਹਨਾਂ ਨੇ ਸਿੱਖ ਹਿਸਟਰੀ ਦੇ ਉੱਤੇ PhD ਕੀਤੀ ਹੋਵੇ, ਡਜ਼ਨਟ ਮੈਟਰ। ਉੱਥੇ ਕੀ ਜ਼ਰੂਰੀ ਹੈ ਕਿ ਉਹਨਾਂ ਨੂੰ ਗੁਰਬਾਣੀ ਦਾ ਕਿੰਨਾ ਕੁ ਗਿਆਨ ਹੈ, ਉਹ ਗੁਰਬਾਣੀ ਨੂੰ ਕਿੰਨਾ ਕੁ ਪੜ੍ਹਾਏ ਹੋਏ ਲੋਕ ਨੇ, ਉਹ ਕਿੰਨਾ ਕੁ ਗੁਰਬਾਣੀ ਦੇ ਪ੍ਰਤੀ ਜਿਹੜੇ ਨੇ ਉਹ ਆਸਥਾ ਰੱਖਦੇ ਨੇ, ਜਾਂ ਉਹ ਇਹੀ ਬੋਲੀ ਜਾਂਦੇ ਆ ਕਿ ਗੁਰੂ ਨਾਨਕ ਨੇ ਤਾਂ ਕੋਈ ਵੱਖਰਾ ਧਰਮ ਹੀ ਨਹੀਂ ਚਲਾਇਆ। ਜਿਨ੍ਹਾਂ ਨੂੰ ਇਹੀ ਪਤਾ ਨਹੀਂ ਕਿ ਗੁਰੂ ਨਾਨਕ ਨੇ ਵੱਖਰਾ ਧਰਮ ਚਲਾਇਆ ਕਿ ਨਹੀਂ ਚਲਾਇਆ, ਉਹ ਗੁਰੂ ਘਰਾਂ ਦਾ ਪ੍ਰਬੰਧ ਕੀ ਕਰਨਗੇ। ਆਪਾਂ ਇੰਨਾ ਕੀ ਸਮਝ ਲਈਏ। ਸੋ ਗੁਰਦੁਆਰਾ ਜਦੋਂ ਜਿੱਥੇ ਗੁਰਦੁਆਰਾ ਆ ਜਾਂਦਾ ਹੈ ਨਾ ਅੱਖਰ, ਉਹ ਆਪਣੇ ਆਪ ਦੇ ਵਿੱਚ ਇੱਕ ਵਿਵਸਥਾ ਹੈ ਜੋ ਸਾਨੂੰ ਗੁਰੂ ਨੇ ਦਿੱਤੀ ਹੈ। ਔਰ ਇਹੀ ਕਾਰਨ ਹੈ ਕਿਉਂਕਿ ਅਸੀਂ ਉਹ ਵਿਵਸਥਾ ਨੂੰ ਦੂਰ ਛੱਡ ਆਏ। ਇਹੀ ਕਾਰਨ ਹੈ ਕਿ ਉਹ ਜਿਹੜੀਆਂ ਬਿਲਡਿੰਗਸ ਨੇ, ਜਿਨ੍ਹਾਂ ਨੂੰ ਆਪਾਂ ਗੁਰਦੁਆਰੇ ਹੁਣ ਕਹਿਣਾ ਸ਼ੁਰੂ ਕਰ ਲਿਆ,
ਕਿਉਂਕਿ ਗੁਰਦੁਆਰੇ ਦਾ ਮਤਲਬ ਉੱਥੇ ਧਰਮਸਾਲੀਆ ਵੀ ਹੋਊਗਾ, ਜਿਹਦੇ ਬਕਾਇਦਾ ਐਲੀਜੀਬਿਲਿਟੀ ਦੇ ਉੱਤੇ ਜਿਹੜਾ ਉਹ ਖਰਾ ਉਤਰਦਾ ਹੋਊਗਾ, ਪ੍ਰਚਾਰਕ ਹੋਊਗਾ ਜੋ ਹੀਰੇ ਵਾਂਗ ਹੋਊਗਾ, ਔਰ ਬਕਾਇਦਾ ਹੋਰ ਵੀ ਜਿਹੜੇ ਪ੍ਰਚਾਰਕਾਂ ਦੇ ਵਿੱਚ ਸਿਰਫ ਇੰਨੀ ਕੁ ਗੱਲ ਨਹੀਂ ਕਿ ਉਹ ਉਹਦੀ ਜਿਹੜੀ ਜਦੋਂ ਕਿਸੇ ਨਾਲ ਵਿਚਾਰਧਾਰਕ ਉਹਦੀ ਮਤਭੇਦ ਜਾਂ ਕੋਈ ਵੀ ਗੱਲ ਹੋਊਗੀ ਤਾਂ ਉਹ ਟੁੱਟੂਗਾ ਨਹੀਂ। ਹੋਰ ਵੀ ਕਈ ਗੱਲਾਂ ਨੇ, ਉਹਨਾਂ ਵਿੱਚੋਂ ਕੁਝ ਇੱਕ ਮਾਤਰ ਮੈਂ ਦੱਸ ਦਿੰਦੀ ਹਾਂ। ਇੱਕ ਤਾਂ ਇਹ ਹੈ ਕਿ ਜਿਹੜਾ ਉਹ ਵਿਆਸ ਵਾਂਗੂ ਹੋਵੇ, ਇਹ ਸਾਰਾ ਕੁਝ ਲਿਖਿਆ ਹੋਇਆ। ਵਿਆਸ ਵਾਂਗੂ ਦਾ ਮਤਲਬ ਇਹ ਹੈ ਕਿ ਉਹਦੇ ਵਿਚਾਰ ਢੁਕਵੇਂ ਹੋਣ ਤੇ ਸਪਸ਼ਟ ਹੋਣ। ਇਹ ਨਹੀਂ ਕਿ ਉਹ ਕਦੀ ਕਿਤੋਂ ਫੜ ਲੇ ਕਦੀ ਕਿਤੋਂ ਫੜ ਲੇ, ਤਾਂ ਉਹ ਜਿਹੜੇ ਸੰਗਤ ਸੁਣਨ ਵਾਲੀ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਉਹ ਕੀ ਬੋਲ ਰਿਹਾ। ਔਰ ਇੱਕ ਲੜੀ ਵਿੱਚ ਪਰੋਏ ਗਏ ਹੋਣ ਤਾਂ ਕਿ ਸੰਗਤ ਨੂੰ ਸੁਣਨ ਤੇ ਸਮਝਣ ਦੇ ਵਿੱਚ ਆਸਾਨੀ ਹੋਵੇ। ਤੀਸਰੀ ਗੱਲ ਜਿਹੜੀ ਉਹ ਬੋਲਦੇ ਨੇ, ਉਹ ਕਹਿੰਦੇ ਨੇ ਕਿ ਔਰ ਇਹ ਗੱਲ ਮੈਂ ਆਪਣੇ ਆਪ ਦੇ ਵਿੱਚ ਵੀ ਇੱਕ ਕਮੀ ਮਹਿਸੂਸ ਕਰਦੀ ਹਾਂ ਕਿ ਇਹ, ਔਰ ਇਹਦੇ ਉੱਤੇ ਮੈਂ ਕੰਮ ਕਰਨਾ ਸ਼ੁਰੂ ਕਰੂੰਗੀ ਹੁਣ ਤੋਂ, ਕਿ ਜਿਹੜਾ ਪ੍ਰਚਾਰਕ ਹੈ, ਗੁਰਦੁਆਰੇ ਦਾ ਪ੍ਰਚਾਰਕ, ਧਰਮਸ਼ਾਲਾ ਦਾ ਪ੍ਰਚਾਰਕ, ਗੁਰੂ ਨਾਨਕ ਦੇ ਨਾਮ ਦਾ ਪ੍ਰਚਾਰਕ ਜੋ ਹੈ, ਉਹਦੇ ਵਿੱਚ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਉਹਨੂੰ ਸਮੇਂ ਦਾ ਧਾਰ ਨਹੀਂ ਹੋਣਾ ਚਾਹੀਦਾ, ਸਮੇਂ ਦਾ ਉਹਨੂੰ ਖਿਆਲ ਰੱਖਣਾ ਚਾਹੀਦਾ। ਜੇਕਰ ਉਹਦੇ ਕੋਲ ਸਮਾਂ ਜ਼ਿਆਦਾ ਹੈ ਤਾਂ ਆਪਣੀ, ਔਰ ਉਹਨੂੰ ਲੱਗ ਰਿਹਾ ਕਿ ਸੰਗਤ ਜਿਹੜੀ ਆ ਉਹ ਮੇਰੀ ਗੱਲ ਸੁਣ ਰਹੀ ਹੈ, ਇੰਟਰਸਟਿਡ ਹੈ, ਤਾਂ ਉਹ ਆਪਣੀ ਗੱਲ ਨੂੰ ਵਧਾ ਵੀ ਸਕਦਾ। ਪਰ ਜੇ ਉਹਨੂੰ ਲੱਗਦਾ ਕਿ ਸਮਾਂ ਘੱਟ ਹੈ ਜਾਂ ਸੰਗਤ ਨੂੰ ਮੇਰੀ ਗੱਲ ਸ਼ਾਇਦ ਚੰਗੀ ਨਹੀਂ ਲੱਗ ਰਹੀ, ਤਾਂ ਉਹ ਆਪਣੀ ਗੱਲ ਨੂੰ ਨੈਰੋ ਡਾਊਨ ਕਰਕੇ ਛੇਤੀ ਖ਼ਤਮ ਵੀ ਕਰ ਸਕਦਾ। ਇੱਥੇ ਇੱਕ ਬੜੀ ਵਧੀਆ ਗੱਲ ਲਿਖੀ ਹੈ ਜੋ ਮੈਂ ਹਰ ਵਾਰੀ ਬੋਲਦੀ ਹਾਂ, ਔਰ ਹੁਣ ਤੋਂ ਮੈਂ ਉਹ ਬੋਲਣੀ ਬੰਦ ਕਰ ਦੂੰਗੀ, ਸਿਰਫ ਅੱਜ ਦਾ ਦਿਨ ਬੋਲੂੰਗੀ। ਉਹ ਇਹ ਹੈ ਕਿ ਸਮੇਂ ਦੀ ਤੰਗੀ, ਘੱਟ ਸਮਾਂ, ਜਿਹੇ ਸ਼ਬਦ ਚੰਗੇ ਪ੍ਰਚਾਰਕ ਦੇ ਮੂੰਹ ਤੋਂ ਨਹੀਂ ਫੱਬਦੇ। ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਹਿਣਾ ਕੀ ਆ। ਮੈਂ ਵੀ ਵਿੱਚ ਆਉਂਦੀ ਹਾਂ, ਔਰ ਮੈਂ ਹਰ ਵਾਰ ਇਹ ਬੋਲਦੀ ਹਾਂ ਕਿ ਸਮਾਂ ਮੇਰੇ ਕੋਲ ਥੋੜ੍ਹਾ ਰਹਿ ਗਿਆ। ਅੱਜ ਵੀ ਮੇਰੇ ਕੋਲ ਸਮਾਂ ਥੋੜ੍ਹਾ ਰਹਿ ਗਿਆ। ਅੱਗੇ ਤੋਂ ਮੈਂ ਇਹ ਕਦੀ ਨਹੀਂ ਕਹੂੰਗੀ। ਮੈਂ ਆਪਣੇ ਆਪ ਨੂੰ ਪ੍ਰੋਪਰ ਪ੍ਰਿਪੇਅਰ ਕਰਕੇ ਆਇਆ ਕਰੂੰਗੀ ਕਿ ਤਾਂ ਕਿ ਮੈਂ 30 ਮਿੰਟਾਂ ਦੇ ਵਿੱਚ ਆਪਣੀ ਗੱਲ ਪੂਰੀ ਜਿਹੜੀ ਉਹ ਖ਼ਤਮ ਕਰ ਲਿਆ। ਸੋ ਆਪਾਂ ਨੂੰ ਖੁਦ ਵਾਸਤੇ ਖੁਦ ਉੱਤੇ ਝਾਤੀ ਮਾਰਨੀ ਪਊਗੀ। ਜੇ ਅਸੀਂ ਵਾਕਈ ਹੀ ਗੁਰੂ ਨਾਨਕ ਦੇ ਲਈ ਸ਼ਰਧਾ ਰੱਖਦੇ ਹਾਂ, ਜੇ ਅਸੀਂ ਵਾਕਈ ਹੀ ਗੁਰੂ ਨਾਨਕ ਨੂੰ ਦੇ ਨਾਲ ਵਚਨਬੱਧ ਹਾਂ, ਜੇ ਅਸੀਂ ਵਾਕਈ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹੀ ਪੁੱਤਰ ਹਾਂ ਜਿਨ੍ਹਾਂ ਵੱਲ ਉਹਨਾਂ ਨੇ ਹੱਥ ਕਰਕੇ ਕੀਤਾ ਸੀ, 4 ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਜੇ ਅਸੀਂ ਉਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਾਂ ਤਾਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਡੇ ਗੁਰਦੁਆਰਾ ਪ੍ਰਬੰਧਕਾਂ ਨੂੰ, ਸਾਡੇ ਪ੍ਰਚਾਰਕਾਂ ਨੂੰ, ਕਿ ਆਪਾਂ ਆਪਣੇ ਅੰਦਰ ਘੋਖਣਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਅਸੀਂ ਆਪ ਗੁੜ ਖਾਣਾ ਛੱਡੀਏ, ਫਿਰ ਅਸੀਂ ਬੱਚਿਆਂ ਨੂੰ ਕਹੀਏ ਕਿ ਗੁੜ ਨਾ ਖਾਇਆ ਕਰੋ। ਕਿਉਂਕਿ ਜਦ ਤੱਕ ਅਸੀਂ ਖੁਦ ਗੁੜ ਖਾਂਦੇ ਰਹਾਂਗੇ ਤੇ ਬੱਚਿਆਂ ਨੂੰ ਕਵਾਂਗੇ ਨਾ ਛੱਡ ਦਿਓ, ਉਹਦਾ ਅਸਰ ਨਹੀਂ ਹੋਣਾ, ਕਿਉਂਕਿ ਉਹਦੇ ਵਿੱਚ ਸੱਚਾਈ ਨਹੀਂ ਆ, ਸੱਚਾਈ ਮਾਈਨਸ ਆ। ਸੋ ਸਾਨੂੰ ਆਪਣਾ ਆਪ ਸਾਨੂੰ ਸਾਡੇ ਕਿਰਦਾਰ ਜਿਹੜੇ ਨੇ ਉਹ ਉਹਨਾਂ ਗੁਰਮੁਖਾਂ ਪਿਆਰਿਆਂ ਵਰਗੇ ਬਣਾਉਣੇ ਪੈਣੇ ਆ ਜਿਨ੍ਹਾਂ ਨੂੰ ਗੁਰੂ ਮਹਾਰਾਜ ਮੰਜੀਦਾਰ ਸਥਾਪਿਤ ਕਰਦੇ ਨੇ, ਜਿਨ੍ਹਾਂ ਬੀਬੀਆਂ ਨੂੰ ਗੁਰੂ ਮਹਾਰਾਜ ਪੀੜ੍ਹੀਆਂ ਤੇ ਸਥਾਪਿਤ ਕਰਦੇ ਨੇ। ਸਾਨੂੰ ਬਕਾਇਦਾ ਆਪਣੇ ਆਪ ਨੂੰ ਉੱਦਾਂ ਦਾ ਬਣਾਉਣਾ ਪੈਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪ੍ਰਚਾਰ ਦਾ ਕੋਈ ਫਾਇਦਾ ਹੋਵੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਪ੍ਰਚਾਰ ਨੂੰ ਸੁਣਨ। ਤੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਜਿੱਥੇ ਸਾਡੀ ਪੂਰੀ ਕਮਿਊਨਿਟੀ ਦੀ ਜਿਹੜੀ ਕਲੈਕਟਿਵ ਕੌਨਸ਼ੀਅਸਨੈਸ ਕੰਮ ਕਰਦੀ ਹੈ। ਅਸੀਂ ਉਹਨੂੰ ਮੌਕਰੀ ਦਾ ਥਾਂ ਨਾ ਬਣਾ ਦਈਏ। ਅਸੀਂ ਉਹਨੂੰ ਕੁਝ ਕੁ ਬੁੱਧੀਜੀਵੀ ਜਿਹੜੇ ਕਿ ਆਪਣੇ ਆਪ ਨੂੰ ਅਸੀਂ ਸਮਝਣ ਲੱਗ ਪੈਂਦੇ, ਉਹ ਆਈ ਗੌਟ ਅ PhD, ਡਜ਼ਨਟ ਮੈਟਰ, ਕੋਈ ਫਰਕ ਨਹੀਂ ਪੈਂਦਾ। ਕਿਸੇ ਕੋਲ PhD ਹੈ, ਕਿਸੇ ਕੋਲ ਡਾਕਟਰੇਟ, ਕੋਈ ਵੈਸੇ ਡਾਕਟਰ ਹੈ ਜਾਂ ਕੋਈ ਕਿੱਦਾਂ ਵੀ ਹੈ, ਕੋਈ ਐਨੀਵਨ, ਡਜ਼ਨਟ ਮੈਟਰ। ਤੁਸੀਂ ਕੌਣ ਹੋ, ਕੀ ਹੋ, ਫਰਕ ਨਹੀਂ ਪੈਂਦਾ। ਉਹ ਸਿਰਫ ਤੁਸੀਂ ਆਪਣੇ ਲਈ ਹੋ, ਤੁਸੀਂ ਬਾਕੀ ਕੌਮ ਲਈ ਕੀ ਕਰ ਰਹੇ ਹੋ ਉਹ ਫਰਕ ਪੈਂਦਾ। ਮੈਂ ਆਪਣੀ ਨਿੱਜੀ ਲਾਈਫ ਦੇ ਵਿੱਚ ਕੁਛ ਮਰਜ਼ੀ ਹੋ ਸਕਦੀ ਹਾਂ, ਪਰ ਉਹ ਮੈਂ ਆਪਣੇ ਲਈ ਕਮਾਈ ਕਰ ਰਹੀ ਹਾਂ। ਜਦੋਂ ਮੈਂ ਕੌਮ ਲਈ ਕੁਛ ਕਰੂੰਗੀ ਉਹ ਫਰਕ ਪਊਗਾ, ਉਹ ਇੰਪੋਰਟੈਂਟ ਹੈ। ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਕਿਉਂਕਿ ਇਹ ਗੱਲ ਬੜੀ ਇੰਪੋਰਟੈਂਟ ਸੀ ਕਰਨੀ ਕਿ ਇਹ ਉਦੋਂ ਜਿਹੜੀਆਂ ਮੰਜੀਆਂ ਇਸਟੈਬਲਿਸ਼ ਹੋਈਆਂ ਉਹ ਥੋੜ੍ਹੇ ਲੋਕ ਸੀ, ਪਰ ਉਹਨਾਂ ਨੇ ਜ਼ਿਆਦਾ ਕੰਮ ਕਰ ਲਿਆ। ਅੱਜ ਸਾਡੇ ਕੋਲ ਪਤਾ ਨਹੀਂ ਕਿੰਨੇ ਕੁ ਪ੍ਰਚਾਰਕ ਨੇ, ਸੁਣਨ ਵਾਲੇ ਘੱਟ ਨੇ, ਪ੍ਰਚਾਰਕ ਜ਼ਿਆਦਾ ਨੇ। ਸਾਡੇ ਵਰਗੇ ਵੀ ਵਿੱਚੇ ਆ ਜਾਂਦੇ ਆ, ਹੈ ਨਾ, ਗੱਲ ਕਰਨ, ਜਿਨ੍ਹਾਂ ਨੇ ਥੋੜ੍ਹਾ ਬਹੁਤ ਵੀ ਜਿਹਨਾਂ ਨੂੰ ਬੋਲਣਾ ਆਉਂਦਾ ਉਹ ਬੋਲੀ ਜਾਂਦੇ ਆ, ਪਰ ਸੁਣਨ ਵਾਲੇ ਘੱਟ ਨੇ। ਫਿਰ ਵੀ ਜਿਹੜਾ ਪ੍ਰਚਾਰ ਦਾ ਫਾਇਦਾ ਕਿਉਂ ਨਹੀਂ ਹੋ ਰਿਹਾ, ਇਹ ਗੱਲ ਕਰਨੀ ਬੜੀ ਜ਼ਰੂਰੀ ਸੀ। ਸੋ ਸਾਨੂੰ ਸਾਡੀਆਂ ਜੜ੍ਹਾਂ ਵੱਲ ਵਾਪਸ ਜਾਣਾ ਪਊਗਾ। ਸਾਨੂੰ ਸਾਡੀਆਂ ਜੜ੍ਹਾਂ ਦੇ ਵਿੱਚ ਜੋ ਸਾਨੂੰ ਬਕਾਇਦਾ ਸਿਧਾਂਤ ਦਿੱਤੇ ਗਏ ਨੇ ਉਹਨਾਂ ਨੂੰ ਦੁਬਾਰਾ ਹਰਿਆ ਕਰਨਾ ਪਊਗਾ। ਫਿਰ ਸਾਡੇ ਪ੍ਰਚਾਰ ਦਾ ਕੋਈ ਫਾਇਦਾ ਹੋ ਸਕਦਾ। ਇੰਨੀਆਂ ਕੁ ਅੱਜ ਮੇਰੀਆਂ ਬੇਨਤੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ
ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ-ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ Spotify, Google Podcast, Amazon Audible ਅਤੇ Apple Podcast ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।